ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ 1706 ਈਸਵੀ ਦੇ ਵਿੱਚ ਸਾਹਿਬੇ ਕਮਾਲ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਮਾਤਾ ਸੁੰਦਰ ਕੌਰ ਸਾਹਿਬ ਕੌਰ ਸਮੇਤ ਦਮਦਮਾ ਸਾਹਿਬ ਤੋਂ ਚੱਲ ਕੇ ਮਾਈ ਦੇਸਾਂ ਦੇ ਘਰ ਆਏ। ਸਤਿਗੁਰੂ ਆਏ ਸਨ। ਮਾਤਾ ਜੀ ਦੀ ਪ੍ਰੇਮਾ ਭਗਤੀ ਸਦਕਾ ਇਹ ਨਗਰ ਚੱਕ ਫਤਿਹ ਸਿੰਘ ਵਾਲਾ ਦਮਦਮਾ ਸਾਹਿਬ ਤੋਂ ਕੁੱਲ 27 ਕਿਲੋਮੀਟਰ ਉੱਤਰ ਵਾਲੇ ਪਾਸੇ ਨੂੰ ਪੈਂਦਾ ਹੈ। ਬਠਿੰਡਾ ਬਰਨਾਲਾ ਰੋਡ ਦੇ ਬਿਲਕੁਲ ਉੱਪਰ 7 ਕਿਲੋਮੀਟਰ ਰੋਡ ਆਉਂਦੀ ਹੈ ਜਿੱਥੇ ਇਹ ਨਗਰ ਵਸਿਆ ਹੋਇਆ ਹੈ। ਇੱਥੇ ਆ ਕੇ ਸਤਿਗੁਰਾਂ ਨੇ ਚਰਨ ਪਾਏ। ਇਸ ਨਗਰ ਨੂੰ ਬੰਧਿਆ ਸੀ ਭਾਈ ਭਗਤੂ ਜੀ ਦੀ ਦੂਸਰੀ ਸੁਪਤਨੀ ਮਾਈ ਵੀਰੋ ਨੇ। ਇਹਦਾ ਨਾਂ ਰੱਖਿਆ ਸੀ ਭਾਈ ਕਾ ਚੱਕ। ਜਿਸ ਵੇਲੇ ਸਤਿਗੁਰੂ ਆਉਂਦੇ ਆ, ਭਾਗ ਲਾ ਕੇ ਜਾਂਦੇ ਆ, ਬਾਅਦ ਦੇ ਵਿੱਚ ਫਤਿਹ ਸਿੰਘ ਨੂੰ ਹੁਕਮਨਾਮਾ ਆਉਂਦਾ, ਉਹ ਸਿੰਘਾਂ ਨੂੰ ਲੈ ਕੇ ਇਲਾਕੇ ਦਿਆਂ ਨੂੰ ਪਹੁੰਚਦਾ ਹੈ। ਬੰਦਾ ਸਿੰਘ ਬਹਾਦਰ ਦੇ ਨਾਲ ਮਿਲਦਾ ਜਾ ਕੇ। ਤਾਂ ਜਦੋਂ ਸੰਧੌਰੇ ਨੂੰ ਸੋਧਿਆ ਜਾਂਦਾ ਤਾਂ ਉੱਥੇ ਪਹਿਲਾ ਸਿੱਖ ਪੰਥ ਦਾ ਸੂਬੇਦਾਰ ਜਰਨੈਲ ਭਾਈ ਭਗਤੂ ਦੀ ਅੰਸ ਵੰਸ ਉਹਨਾਂ ਨੂੰ ਥਾਪਿਆ ਜਾਂਦਾ। ਸਰਹੰਦ ਫਤਿਹ ਕੀਤੀ ਜਾਂਦੀ ਹੈ ਤਾਂ ਫਿਰ ਬਾਬਾ ਬਾਜ ਸਿੰਘ ਨੂੰ ਉੱਥੋਂ ਦਾ ਜਰਨੈਲ ਸਾਹਿਬ ਥਾਪਿਆ ਜਾਂਦਾ। ਇਹ ਸਾਰਾ ਇਤਿਹਾਸ ਇਸ ਸਥਾਨ ਦਾ ਹੈ ਜਿੱਥੇ ਅੱਜ ਵੀ ਸਾਰੀਆਂ ਪਵਿੱਤਰ ਨਿਸ਼ਾਨੀਆਂ ਸਤਿਗੁਰਾਂ ਦੀਆਂ ਹੱਥ ਲਿਖਤਾਂ ਸਾਂਭੀਆਂ ਹੋਈਆਂ ਹਨ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਿੱਥੇ ਅਨੇਕਾਂ ਹੀ ਬਖਸ਼ਿਸ਼ਾਂ ਕੀਤੀਆਂ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਇਹ ਪਵਿੱਤਰ ਸਥਾਨ 'ਤੇ ਖੰਡੇ ਦੀ ਪੌਲ ਤਿਆਰ ਕਰਕੇ ਸੰਗਤਾਂ ਨੂੰ ਗੁਰੂ ਲੜ ਲਾਇਆ, ਖੰਡੇ ਦੀ ਪੌਲ ਛਕਾਈ, ਨਾਮਦਾਨ ਬਖਸ਼ਿਸ਼ ਕੀਤਾ। ਕਿਉਂਕਿ 1699 ਤੋਂ ਬਾਅਦ ਬਹੁਤੇ ਥਾਵਾਂ 'ਤੇ ਇਹ ਸਬੱਬ ਨਹੀਂ ਬਣ ਸਕੇ ਕਿ ਜਿੱਥੇ ਖੰਡੇ ਦੀ ਪੌਲ ਤਿਆਰ ਕਰਕੇ ਛਕਾਈ ਜਾ ਸਕੇ। ਜਦ ਸਤਿਗੁਰਾਂ ਨੇ ਦਮਦਮਾ ਸਾਹਿਬ ਆ ਕੇ ਇਹ ਪਹਿਰਾ ਲਾਇਆ ਕਿ ਜਿੰਨੀ ਸਿੱਖ ਸੰਗਤ ਮਿਲਣ ਆਉਂਦੀ ਤਾਂ ਉਹਨਾਂ ਨੂੰ ਖੰਡੇ ਦੀ ਪੌਲ ਛਕਾ ਕੇ ਹੀ ਨਾਮਦਾਨ ਬਖਸ਼ਿਸ਼ ਕੀਤਾ ਜਾਂਦਾ ਸੀ। ਅਤੇ ਉਸ ਤੋਂ ਬਾਅਦ ਇੱਥੇ ਮਾਤਾ ਦੇਸਾਂ ਦੇ ਘਰ ਜਦੋਂ ਪਹੁੰਚੇ, ਸੰਗਤਾਂ ਇਲਾਕੇ ਦੀਆਂ ਦਰਸ਼ਨ ਕਰਨ ਆਉਣ ਲੱਗੀਆਂ ਤਾਂ ਇੱਥੇ ਵੀ ਸਤਿਗੁਰਾਂ ਨੇ ਖੰਡੇ ਦੀ ਪੌਲ ਤਿਆਰ ਕਰਕੇ 5 ਸਿੰਘਾਂ ਦਾ ਪਹਿਰਾ ਲਾ ਕੇ ਉਸ ਤੋਂ ਬਾਅਦ ਨਾਮਦਾਨ ਬਖਸ਼ਿਸ਼ ਕਰਨਾ ਔਰ ਸੰਗਤ ਨੂੰ ਕਰਤੇ ਪੁਰਖ ਦੇ ਨਾਲ ਮਿਲਾਪ ਦੀਆਂ ਵਿਧੀਆਂ ਦੇਣੀਆਂ ਅਤੇ ਉਹਨਾਂ ਵਿਧੀਆਂ ਨੂੰ ਮਾਤਾ ਨੂੰ ਬਖਸ਼ਿਸ਼ ਕੀਤਾ। ਅਤੇ ਅਸੀਂ ਵੇਖਦੇ ਹਾਂ ਕਿ ਆਪਣੇ ਪੰਥ ਵਿੱਚ ਬਹੁਤ ਘੱਟ ਗੱਲ ਹੁੰਦੀ ਆ ਉਹਨਾਂ ਸੂਤਰਾਂ 'ਤੇ, ਬੀਜ ਮੰਤਰਾਂ 'ਤੇ। ਜਿੰਨਾ ਕੁਛ ਵੀ ਆ ਸਾਡੇ ਲਈ ਛੱਡ ਕੇ ਗਏ, ਸਤਿਗੁਰੂ ਸਾਨੂੰ ਦੇ ਕੇ ਗਏ। ਅਸੀਂ ਤਾਂ ਬਹੁਤ ਭਾਗਾਂ ਵਾਲੇ ਲੋਕ ਹਾਂ ਜਿਨ੍ਹਾਂ ਕੋਲ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਰੱਬੀ ਬਾਣੀ ਸੁਸ਼ੋਭਿਤ ਹੈ। ਸਾਨੂੰ ਤਾਂ ਹੋਰ ਵੀ ਮਾਣ ਹੁੰਦਾ ਇਸ ਗੱਲ 'ਤੇ ਕਿ ਮਾਂ ਦੇਸਾਂ ਨੇ ਬਖਸ਼ਿਸ਼ ਕੀਤੀ, ਆਪਣੀ ਕੁਲ ਦੇ ਵਿੱਚ ਜਨਮ ਦਿੱਤਾ, ਆਪਣੇ ਅਸਥਾਨ ਦੀ ਸੇਵਾ ਸੌਂਪੀ। ਬਚਪਨ ਤੋਂ ਇੱਥੇ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਿਆਂ ਬੜਾ ਕੁਝ ਸਿੱਖਿਆ। ਬੜੀਆਂ ਦਾਤਾਂ ਮਾਤਾ ਨੇ ਝੋਲੀ ਪਾਈਆਂ। ਜੋ ਸਮ ਦ੍ਰਿਸ਼ਟੀ, ਜੋ ਬ੍ਰਹਮ ਦ੍ਰਿਸ਼ਟੀ, ਜੋ ਸਹਿਜ ਦੀ ਅਵਸਥਾ ਮਾਤਾ ਨੇ ਬਖਸ਼ਿਸ਼ ਕੀਤੀ, ਉਹਦੇ ਤਹਿਤ ਹੁਣ ਹੁਕਮ ਹੋਇਆ ਹੈ ਕਿ ਜਿੱਥੇ ਅਨੇਕਾਂ ਗੁਰੂ ਘਰ ਦੇ ਪ੍ਰੇਮੀ ਪਿਆਰੇ ਜਿਵੇਂ ਜਿਵੇਂ ਕਿਸੇ ਦੀ ਸੇਵਾ ਲੱਗੀ ਹੋਈ ਆ ਉਹ ਸੇਵਾ ਨਿਭਾ ਰਹੇ ਹਨ। ਗੁਰਬਾਣੀ ਦੇ ਅਰਥ ਕਰਕੇ ਸੰਗਤਾਂ ਨੂੰ ਸਮਝਾ ਰਹੇ ਹਨ, ਆਪ ਸਮਝ ਰਹੇ ਹਨ। ਤੁਸੀਂ ਵੀ ਜੋ ਜੋ ਜਾਣਿਆ, ਜਿਵੇਂ ਜਿਵੇਂ ਜੀਵਿਆ, ਖੁੱਲ੍ਹੇ ਡੁੱਲ੍ਹੇ ਰੂਪ ਦੇ ਵਿੱਚ, ਬਹੁਤੀਆਂ ਕੋਈ ਬੰਦਸ਼ਾਂ ਨਹੀਂ। ਸਤਿਗੁਰ ਤਾਂ ਬੜਾ ਖੁੱਲ੍ਹਾ ਮੌਕਾ ਦਿੰਦੇ ਆ ਪ੍ਰਕਿਰਤੀ ਦੇ ਵਿੱਚ ਇਸ ਇਨਸਾਨ ਨੂੰ ਕਿ ਪੂਰਨ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਪਰ ਇਹ ਖੁੱਲ੍ਹੀਆਂ ਗੱਲਾਂ ਕੀਤੀਆਂ ਨਹੀਂ ਜਾ ਰਹੀਆਂ। ਸਤਿਗੁਰੂ ਰਹਿਮਤ ਕਰਨ ਸਾਡੇ ਬੱਚਿਆਂ ਨੂੰ, ਸਾਡੇ ਨਵੇਂ ਬੱਚਿਆਂ ਨੂੰ ਪਤਾ ਲੱਗੇ ਕਿ ਜਿਹੜੀਆਂ ਗੱਲਾਂ ਅੱਜ ਵਿਦੇਸ਼ਾਂ 'ਚ ਜਾ ਕੇ ਉਹ ਸਿੱਖਦੇ ਨੇ, ਇੰਗਲਿਸ਼ ਦੇ ਵਿੱਚ ਲਿਖੀਆਂ ਕਿਤਾਬਾਂ ਮਿਲਦੀਆਂ ਕਿ ਲਾ ਆਫ ਅਟਰੈਕਸ਼ਨ ਕੀ ਆ, ਕਿਵੇਂ ਇੱਕ ਮਨ ਇੱਕ ਚਿੱਤ ਹੋਣ ਨਾਲ ਕੀ ਪੂਰਾ ਹੋ ਜਾਂਦਾ। ਇਹ ਸਾਰਾ ਕੁਝ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਹੋਇਆ।
ਪਰ ਉਸ ਵਿਸ਼ੇ ਨਾਲ ਸਾਡੇ ਨਾਲ ਗੱਲ ਹੀ ਨਹੀਂ ਹੁੰਦੀ। ਅਸੀਂ ਸਿਰਫ ਮੱਥਾ ਟੇਕਣ ਤੇ ਸੀਮਤ ਤੇ ਲੰਗਰ ਛਕਣ ਤੇ ਸੀਮਤ ਰਹਿ ਗਏ ਆ। ਇਹ ਗੱਲਾਂ ਹੋਣੀਆਂ ਚਾਹੀਦੀਆਂ। ਗੁਰੂ ਘਰਾਂ ਦੇ ਇੰਸਟੀਚਿਊਟ ਆਪਣੇ ਚਾਹੀਦੇ ਆ ਸ਼੍ਰੋਮਣੀ ਕਮੇਟੀ ਦੇ, ਜਿੱਥੇ ਹਰ ਤਰ੍ਹਾਂ ਨਾਲ ਵਿੱਦਿਆ ਦਿੱਤੀ ਜਾਵੇ। ਗੁਰੂ ਘਰ ਦਾ ਜਿਹੜਾ ਪ੍ਰਬੰਧਕ ਹੈ, ਗੁਰੂ ਘਰ ਦਾ ਜਿਹੜਾ ਗ੍ਰੰਥੀ ਹੈ, ਉਹਨੂੰ ਸਭ ਵਿੱਦਿਆਵਾਂ ਦਾ ਪਤਾ ਹੋਵੇ ਕਿ ਅਸੀਂ ਜਿਹੜੇ ਜਗ੍ਹਾ ਧਰਤੀ ਮਾਂ 'ਤੇ ਰਹਿ ਰਹੇ ਹਾਂ, ਇਹ ਭਾਰਤ ਵਰਸ ਦਾ ਇਤਿਹਾਸ ਕੀ ਆ, ਇਹ ਸਾਰਾ ਕੁਝ ਹੈ ਕੀ, ਉਹਨੂੰ ਕੱਲੀ ਕੱਲੀ ਗੱਲ ਪਤਾ ਹੋਵੇ। ਬਹੁਤ ਗੱਲਾਂ ਇਹੋ ਜਿਹੀਆਂ ਚੱਲਦੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਰੋਕਦੇ ਆ ਕਰਨ ਤੋਂ, ਅਤੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਹੁੱਬ ਕੇ ਕਰਦੇ ਹਾਂ। ਫਿਰ ਵੀ ਸਾਨੂੰ ਉਲਟਾ ਇਹ ਲੱਗਦਾ ਸ਼ਾਇਦ ਅਸੀਂ ਵਧੀਆ ਕਰ ਰਹੇ ਹਾਂ, ਅਸੀਂ ਕੁਝ ਚੰਗਾ ਕਰ ਰਹੇ ਹਾਂ। ਪਰ ਨਹੀਂ ਪਿਆਰਿਓ, ਜਿੱਥੇ ਸਾਂਝੀਵਾਲਤਾ ਵਾਲੀ ਗੱਲ ਪਿੱਛੇ ਜਾਂਦੀ ਹੋਵੇ, ਸਤਿਗੁਰਾਂ ਦੇ ਬਚਨ ਪਿੱਛੇ ਪੈਂਦੇ ਹੋਣ, ਉਹੋ ਜਿਹੀ ਤਰੱਕੀ ਤੋਂ ਵੀ ਕੀ ਕਰਾਉਣਾ। ਸਤਿਗੁਰ ਤਾਂ ਕਹਿੰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭੇ ਸਾਂਝੀਵਾਲ ਸਦੈਣ, ਕੋਈ ਨਾ ਦੱਸੇ ਵਾਰਾ ਜੀਓ। ਇਹਨਾਂ ਮੁੱਖ ਵਾਕਾਂ ਨੂੰ, ਮਹਾਂ ਵਾਕਾਂ ਨੂੰ ਇਗਨੋਰ ਕਰਕੇ ਅਸੀਂ ਕਿਹੜੀਆਂ ਤਰੱਕੀਆਂ ਭਾਲਦੇ ਹਾਂ, ਕਿਹੜੀ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਬਾਹਰੀ ਤਰੱਕੀਆਂ ਨੂੰ ਤਾਂ ਸਤਿਗੁਰਾਂ ਨੇ ਹੈਂਡ ਬ੍ਰੇਕ ਹੀ ਨੱਪਤੀਆਂ ਸੀ, ਜਦੋਂ ਕਿਹਾ ਸੀ ਕਿ ਉਹਦੀ ਨਜ਼ਰ ਬਿਨਾਂ ਕੁਛ ਵੀ ਨਹੀਂ। ਜੇ ਜੁਗ ਚਾਰੇ ਯਾਰ ਜਾਂ ਹੋਰ ਦੁਸੂਣੀ ਹੋਈ, ਇਹ ਪੌੜੀ ਪੜ੍ਹ ਲਓ। ਪੂਰੀ ਦੁਨੀਆ ਤੁਹਾਡੇ ਨਾਮ ਦੇ ਡੰਕੇ ਵਜਾਵੇ, ਤੁਹਾਡੇ ਆਖੇ ਲੱਗੇ, ਪਰ ਸਤਿਗੁਰੂ ਦਾ ਬਚਨ, ਸਤਿਗੁਰੂ ਦੀ ਬਾਣੀ ਅਤੇ ਸਤਿਗੁਰੂ ਦੀ ਦਿੱਤੀ ਹੋਈ ਉਹ ਪੁਆਇੰਟ ਨਜ਼ਰ ਵਾਲਾ ਜੇ ਤੈਥੋਂ ਖੁੰਝ ਗਿਆ, ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਸਾਨੂੰ ਸਾਰਾ ਸਮਝਾਇਆ ਹੋਇਆ, ਅਸੀਂ ਸਮਝੀਏ। ਆਓ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਅੱਜ ਦਾ ਜੋ ਮੁੱਖ ਵਾਕ ਹੈ, ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ, ਯਾਨੀ ਅੜੇ ਕਿ ਘਰ ਗਾਵਣਾ। ਇਹ ਰਾਗ ਬਿਲਾਵਲ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੋਇਆ ਮੁੱਖ ਵਾਕ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਮ ਸੱਤਾ, ਖੰਡਾਂ ਬ੍ਰਹਮੰਡਾਂ ਦਾ ਮਹਾਰਾਜਾ, ਪਰਵਦਗਾਰ ਸਿਰਜਣਹਾਰ ਇੱਕ ਹੈ। ਉਹਦਾ ਹੀ ਸਾਰਾ ਪਸਾਰਾ, ਜੋ ਇੱਕ ਤੋਂ ਧਾਰਾ ਵਹਿੰਦੀਆਂ ਨੇ, ਇੱਕ ਓਂਕਾਰ ਦੀਆਂ ਫਿਰ ਅਨੇਕਾਂ ਲੱਖਾਂ ਕਰੋੜਾਂ ਸ਼ਕਤੀਆਂ ਦੀਆਂ, ਸਭ ਦਾ ਮੂਲ ਇੱਕ ਹੈ। ਉਹ ਆਪ ਹੈ ਅਤੇ ਹਰ ਥਾਂ 'ਤੇ ਆਪ ਹੀ ਵਿਚਰ ਰਿਹਾ, ਆਪਣੀਆਂ ਤਾਕਤਾਂ ਵਰਤਾ ਰਿਹਾ ਹੈ। ਸਾਨੂੰ ਉਹਦੀ ਸਮਝ, ਸਾਡੀ ਇੱਕਮਿਕਤਾ, ਉਹਦੇ ਨਾਲ ਜੋੜ ਮੇਲ ਕਿਵੇਂ ਬਣਦਾ ਹੈ, ਜਿਹਦਾ ਖੁਦ ਦਾ ਜੋੜ ਮੇਲ ਬਣ ਚੁੱਕਿਆ, ਜਿਹਨੂੰ ਗੁਰਬਾਣੀ ਕਹਿੰਦੀ ਉਹ ਲੋਕ ਸਾਧੂ ਹੁੰਦੇ ਨੇ, ਉਹ ਲੋਕ ਜਨ ਹੁੰਦੇ ਨੇ, ਉਹ ਲੋਕ ਸੰਤ ਹੁੰਦੇ ਨੇ, ਉਹ ਲੋਕ ਬ੍ਰਹਮ ਗਿਆਨੀ ਹੁੰਦੇ ਨੇ, ਉਹ ਲੋਕ ਸਤਪੁਰਖ ਹੁੰਦੇ ਨੇ, ਉਹ ਲੋਕ ਸਤਿਗੁਰ ਹੁੰਦੇ ਨੇ। ਸਤਪੁਰਖ ਜਨ ਜਾਣਿਆ, ਸਤਿਗੁਰ ਤਿਸਕਾ ਨਾਉ। ਉਹਨਾਂ ਨਾਲ ਸਾਂਝ ਪਾਉਣੀ ਪੈਂਦੀ ਹੈ। ਕਿਸੇ ਨੇ ਲਾਅ ਦੀ ਪੜ੍ਹਾਈ ਕਰਨੀ ਹੈ ਤਾਂ ਉਹਨੂੰ ਉਹਨਾਂ ਥਾਵਾਂ 'ਤੇ ਜਾਣਾ ਪੈਣਾ ਜਿੱਥੇ ਲਾਅ ਪੜ੍ਹਾਇਆ ਜਾਂਦਾ। ਕਿਸੇ ਨੇ ਡਾਕਟਰੀ ਸਿੱਖਣੀ ਹੈ, ਉਹਨੂੰ ਉਸ ਜਗ੍ਹਾ ਜਾਣਾ ਪੈਣਾ ਜਿੱਥੇ ਡਾਕਟਰੀ ਸਿਖਾਈ ਜਾਂਦੀ ਹੈ, MBBS ਕਰਾਇਆ ਜਾਂਦਾ। ਇਸੇ ਤਰ੍ਹਾਂ ਹੀ ਸਾਰੇ ਨਿਯਮ ਹੈ। ਬ੍ਰਹਮ ਗਿਆਨ ਦੀਆਂ ਦਾਤਾਂ ਚਾਹੀਦੀਆਂ ਤਾਂ ਸਾਧੂਆਂ ਸੰਤਾਂ ਬ੍ਰਹਮ ਗਿਆਨੀਆਂ ਦੇ ਚਰਨਾਂ 'ਚ ਜਾ ਕੇ ਝੁਕਣਾ ਪੈਣਾ ਹੈ, ਸੇਵਾ ਕਰਨੀ ਪੈਣੀ ਆ। ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਆ। ਆਓ ਫਿਰ ਅੱਗੇ ਆਪਾਂ ਦੇਖੀਏ ਸਤਿਗੁਰੂ ਕੀ ਕਹਿੰਦੇ ਨੇ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਸਤਿਗੁਰੂ ਕਹਿੰਦੇ, ਹੇ ਅਕਾਲ ਪੁਰਖ, ਹੇ ਕਰਤਾ ਪੁਰਖ ਵਾਹਿਗੁਰੂ, ਮੈਨੂੰ ਤੇਰੀ ਟੇਕ ਆ। ਟੇਕ ਕੀ ਹੁੰਦੀ ਆ? ਜਿਵੇਂ ਮਹਾਰਾਜ ਬਾਣੀ 'ਚ ਕਥਾ ਕਹਿੰਦੇ ਅੰਧਲੇ ਕੀ ਟੇਕ, ਜਾਂ ਜਿਹਨੂੰ ਆਪਾਂ ਇੱਕ ਓਟ ਵੀ ਕਹਿੰਦੇ ਆ। ਓਟ ਹੁੰਦੀ ਆ ਕੋਈ ਚੀਜ਼ ਪਿਛਾਂਹ ਨੂੰ ਰੁੜਦੀ ਹੋਵੇ, ਆਪਾਂ ਲਾ ਦਿੰਦੇ ਆ। ਓਟ ਲਾਉਣ ਨਾਲ ਪੰਜਾਬੀ ਵਾਲੇ ਲਫ਼ਜ਼ ਸਮਝਦੇ ਆ, ਬੜੀ ਤੋਂ ਬੜੀ ਚੀਜ਼ ਰੁਕ ਜਾਂਦੀ ਆ। ਟੇਕ ਹੁੰਦੀ ਆ ਇੱਕ ਅੰਧਲਾ ਆਦਮੀ ਆ ਜਿਹਦੇ ਕੋਲੇ ਬਾਹਰੀ ਨੇਤਰ ਨਹੀਂ ਹੈਗੇ, ਉਹ ਹੱਥ ਦੇ ਵਿੱਚ ਇੱਕ ਫੜ ਕੇ ਚੱਲਦਾ, ਉਹ ਆਇਆ ਟਿਕ ਟਿਕ ਕਰਦਾ ਤੁਰਦਾ, ਮੂਹਰੇ ਕੋਈ ਖੱਡਾ ਟੋਆ ਕਿਸੇ ਇਨਸਾਨ ਦੇ ਵਿੱਚ ਨਾ ਵੱਜ ਜਾ, ਉਹ ਕਾਫੀ ਦੂਰ ਤੱਕ ਸੋਟੀ ਨਾਲ ਅੱਗਾ ਫਰੋਲਦਾ, ਅਤੇ ਉਹ ਟੇਕ ਆ। ਅਤੇ ਸਤਿਗੁਰੂ ਕੀ ਕਹਿੰਦੇ ਆ ਕਿ ਮੇਰੇ ਮਨ ਦੀ ਜਿਹੜੀ ਟੇਕ ਆ, ਜਿਹੜਾ ਮੇਰਾ ਮਨ ਕਦਮ 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 ਚੱਲ ਰਿਹਾ, ਜਾਂ ਮੇਰਾ ਸਾਸ 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 ਸਵਾਸ ਸਵਾਸ ਜੀਵਨ ਵਿਚਰ ਰਿਹਾ, ਮੈਨੂੰ ਤੇਰੀ ਟੇਕ ਆ। ਟੇਕ ਇੱਕੋ ਹੀ ਹੁੰਦੀ ਆ। ਜੇ ਅੰਦਲਾ ਵੀ 4-5 ਟੇਕਾਂ ਜਾਨੀ ਖੁੰਡੀਆਂ ਜਾਂ ਫੜ ਲੇ ਉਲਝ ਜੂਗਾ। ਇੱਕੋ ਹੀ ਟੇਕ, ਇੱਕੋ ਹੀ ਗੱਲ, ਇੱਕੋ ਹੀ ਮੰਤਰ, ਇੱਕੋ ਹੀ ਗੁਰਮੰਤਰ, ਉਹੀ ਲੈ ਜਾਂਦਾ। ਕੋਈ ਵੀ ਹੋਵੇ, ਉਹਦੇ 'ਚ ਕੋਈ ਫਰਕ ਨਹੀਂ। ਗੁਰੂ ਦਾ ਦਿੱਤਾ ਹੋਇਆ ਮੰਤਰ ਕੋਈ ਵੀ ਹੋਵੇ, ਤੁਹਾਨੂੰ ਲੈ ਜਾਣਾ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ,
ਮੇਰਾ ਅਸੀਂ ਕਦੋਂ ਕਹਿੰਦੇ ਆ? ਪਹਿਲਾਂ ਸਾਨੂੰ ਮੇਰਾ ਕਹਿਣਾ ਬਹੁਤ ਔਖਾ, ਜਿੰਨਾ ਚਿਰ ਸਾਂਝ ਨਹੀਂ, ਪਹਿਚਾਣ ਨਹੀਂ, ਜਿੰਨਾ ਚਿਰ ਨਾਮ ਦਾ ਵੀ ਨਹੀਂ ਪਤਾ, ਉਹਨਾਂ ਚਿਰ ਮੇਰਾ ਕਿਵੇਂ ਕਹਿ ਦੇਗੀ। ਪਹਿਲਾਂ ਨਾਮ ਲੈਣਾ ਪੈਂਦਾ, ਜਦੋਂ ਨਾਮ ਪਤਾ ਲੱਗ ਜਾਂਦਾ ਫਿਰ ਉਹਦੀ ਸਲਾਹਤਾ ਕੀਤੀ ਜਾਂਦੀ ਹੈ, ਉਹਦੀ ਸੁੱਖ ਮੰਗੀ ਜਾਂਦੀ ਹੈ, ਉਹਨੂੰ ਵਧੀਆ ਵੇ ਵਿੱਚ ਭੇਜੀਆਂ ਜਾਂਦੀਆਂ, ਫਿਰ ਸਾਂਝਾਂ ਵੱਧਦੀਆਂ, ਸਾਂਝਾਂ ਵੱਧ ਕੇ ਹੌਲੀ ਹੌਲੀ ਇਹ ਉਪਾਧੀ ਮਿਲਦੀ ਆ, ਮੇਰਾ, ਮੇਰਾ ਸੱਜਣ, ਮੇਰਾ ਦੋਸਤ। ਜੇ ਕਿਸੇ ਨੇ ਕਹਿਣਾ ਨਾ ਮੇਰਾ ਪੁੱਤਰ, ਤੇ ਬੜੇ ਥਾਵਾਂ ਵਿੱਚ ਦੀ ਲੰਘਣਾ ਪੈਂਦਾ। ਕਿੰਨੇ ਸਾਲਾਂ ਦੀ ਤਪੱਸਿਆ, ਮਾਂ ਦੀ 1 ਸਾਲ ਦੀ ਤਪੱਸਿਆ, ਪੇਟ 'ਚ ਰੱਖਣਾ ਇੱਕ ਜੀਵ ਨੂੰ, ਫਿਰ ਕਿਤੇ ਅਧਿਕਾਰ ਮਿਲਦਾ, ਮੌਤ ਦੇ ਮੂੰਹ ਕੋਲੋਂ ਮੁੜਨਾ ਪੈਂਦਾ। ਮੇਰਾ ਪੁੱਤਰ, ਮੇਰੀ ਧੀ, ਮੇਰਾ ਨਿਰੰਕਾਰ ਨੂੰ ਕਹਿਣਾ। ਤੇ ਨਿਰੰਕਾਰ ਕੋਲ ਜਾਣ ਤੋਂ ਪਹਿਲਾਂ ਉਹ ਤਾਂ ਨਿਰਾਕਾਰ ਆ, ਉਹ ਪਰਮ ਸੱਤਾ ਦਾ ਤਾਂ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ। ਉਹਦੀ ਜਿਹੜੀ ਮਾਇਆ ਆਦਿ ਸ਼ਕਤੀ ਹੈ, ਜਿਹੜੀ ਪ੍ਰਕਿਰਤੀ ਹੈ, ਇਹਦੇ ਰੂਪ ਵੀ ਹੈ, ਇਹਦੇ ਰੰਗ ਵੀ ਹੈ, ਇਹਦੇ ਰੇਖ ਵੀ ਹੈ, ਇਹ ਦਿਸਦੀ ਵੀ ਹੈ, ਇਹ ਅਲੱਗ ਮੈਟਰ ਹੈ, ਪਰ ਉਹ ਆਪ ਨਹੀਂ ਦਿਖਦਾ। ਤੇ ਉਹਨੂੰ ਫਿਰ ਭਾਲਣ ਖਾਤਰ ਕੀ ਕਰਨਾ ਪੈਂਦਾ? ਸਾਨੂੰ ਗੁਰੂ ਧਾਰਨਾ ਪੈਂਦਾ। ਗੁਰੂ ਸਾਡੀ ਟੇਕ ਬਣਦਾ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਮੈਨੂੰ, ਮੇਰੇ ਮਨ ਨੂੰ ਤੇਰੀ ਟੇਕ ਹੈ ਮੇਰੇ ਪਿਆਰਿਆ, ਤੇਰੇ ਆਸਰੇ ਹੀ ਸਭ ਕੁਝ ਹੋਣਾ। ਅਵਰ ਸਿਆਣਪਾ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ ਰਹਾਓ। ਤੇਰੇ ਵੱਲ ਆਉਣ ਵਾਸਤੇ ਤੇਰੀ ਸਹੀ ਟਿਕਾਣੇ ਵਾਲੀ ਗੁਰੂ ਰਾਹੀਂ ਟੇਕ ਮਿਲ ਜੇ, ਰਸਤਾ ਮਿਲ ਜੇ, ਉਹ ਟੇਕ ਨੇ ਮੰਜ਼ਿਲ 'ਤੇ ਲੈ ਜਾਣਾ। ਕਿਉਂਕਿ ਅੰਦਰ ਇੱਕੋ ਹੀ ਚੱਲ ਰਿਹਾ, ਮਨ 'ਚ, ਚਿੱਤ 'ਚ, ਜਵਾਨ 'ਤੇ, ਸੁਰਤ 'ਚ ਇੱਕੋ ਹੀ। ਫਿਰ ਉੱਥੇ ਆ ਕੇ ਮਹਾਰਾਜ ਕੀ ਕਹਿੰਦੇ? ਅਵਰ ਸਿਆਣਪਾ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ। ਫਿਰ ਜਿਹੜੀਆਂ ਫਾਲਤੂ ਦੀਆਂ ਸਿਆਣਪਾਂ ਹੁੰਦੀਆਂ ਨਾ, ਉਹ ਬਿਰਥੀਆਂ ਹੋ ਜਾਂਦੀਆਂ। ਹੁਣ ਬਹੁਤ ਚੱਲ ਰਿਹਾ ਇਹ ਟ੍ਰੈਂਡ ਅੱਜ ਕੱਲ੍ਹ ਕਿ ਰੱਬ ਦੇ ਨਾਂ 'ਤੇ ਵੀ ਕਿੰਨੇ ਹੀ ਸੈਂਟਰ ਦੀਆਂ ਗੱਲਾਂ, ਇੱਥੇ ਆਹ ਹੁੰਦਾ, ਇੱਥੇ ਆਹ ਹੁੰਦਾ, ਆਹ ਹੁੰਦਾ। ਬਸ ਪਿਆਰੇ ਪਹੁੰਚੇ ਤੋਂ ਪਤਾ ਲੱਗਦਾ। ਜਿਵੇਂ ਗੱਲ ਚੇਤੇ ਆਉਂਦੀ ਕਿ ਤੁਸੀਂ ਹਜ਼ੂਰ ਸਾਹਿਬ ਜਾਣਾ ਰੇਲ ਗੱਡੀ 'ਚ, ਤੁਸੀਂ ਕਦੇ ਗਏ ਨਹੀਂ, ਤੁਹਾਨੂੰ ਕੋਈ ਮਰਜ਼ਾਦਾ ਦਾ ਪਤਾ ਨਹੀਂ, ਤੁਹਾਨੂੰ ਸੰਨ 'ਚ ਕੋਈ ਉਲਝਾਈ ਤੁਰਿਆ ਜਾਂਦਾ। ਤੁਹਾਨੂੰ ਕਿਸੇ ਨੇ ਇਹ ਕਹਿਤਾ ਕਿ ਜਿਹੜੇ ਜਿਹੜੇ ਪਿੰਡਾਂ ਵਿੱਚ ਦੀ ਗੱਡੀ ਲੰਘੂਗੀ, ਉਹਨਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਦੇ ਤੁਹਾਡੇ ਨਾਂ ਯਾਦ ਹੋਣੇ ਜ਼ਰੂਰੀ ਆ, ਤਾਂ ਜਾ ਕੇ ਪਾਰ ਲੰਘੋਗੇ। ਉੱਥੇ ਤੁਹਾਡੀ ਹਾਜ਼ਰੀ ਤਾਂ ਲੱਗਣੀ ਆ ਤੇ ਤੁਸੀਂ ਉਲਝ ਜਾਓਗੇ। ਚੱਕੀ ਫਰੋਡ ਡਾਇਰੈਕਟਰੀਆਂ ਸਾਰੇ ਪਿੰਡਾਂ ਦੀਆਂ, ਕਿੰਨੇ ਪਿੰਡ ਆਉਂਦੇ ਆ ਰਾਹ 'ਚ, ਕਿੰਨੇ ਕਸਬੇ ਆਉਂਦੇ ਆ, ਕੌਣ ਪੰਚ, ਤੇ ਜਿਹਦੀ ਕੋਈ ਤੋਕੀ ਨਹੀਂ ਹੈ ਉਸ ਗੱਲ ਨਾਲ। ਇਵੇਂ ਜਿਵੇਂ ਧਰਮ ਦੇ ਖੇਤਰ 'ਚ ਐਸਾ ਕੁਛ ਵੀ ਕਰਾਇਆ ਜਾ ਰਿਹਾ ਜਿਹਦਾ ਕੋਈ ਮਤਲਬ ਹੀ ਨਹੀਂ, ਸਿਰਫ ਸਿੱਧੀ ਮਨ ਦੀ ਟੇਕ। ਮਹਾਰਾਜ ਕਹਿੰਦੇ ਚੇਤੇ 'ਚ ਰੱਖ ਬਸ। ਗੁਰੂ ਅਰਜਨ ਸਾਹਿਬ ਨੇ ਤਾਂ ਸੁਖਮਨੀ ਸਾਹਿਬ ਲਿਖ ਕੇ ਤੇ ਹੋਰ ਆਪਣੇ ਸ਼ਬਦਾਂ ਰਾਹੀਂ ਕਲੀਅਰ ਕੀਤਾ, ਸਭ ਤੋਂ ਵੱਡਾ ਤੇਰਾ ਚੇਤਾ, ਤੇਰੇ ਚੇਤੇ 'ਚ ਟੇਕ ਆ, ਉਹ ਟੇਕ ਵੱਡੀ ਆ, ਹੋਰ ਸਾਰੀਆਂ ਸਿਆਣਪਾਂ ਵੈਸੀ ਆ। ਅਵਰ ਸਿਆਣਪਾਂ ਬਿਰਥੀਆਂ ਪਿਆਰੇ, ਰਾਖਣ ਕੋ ਤੁਮ ਏਕ। ਮੈਨੂੰ ਇਹ ਸਮਝ ਆ ਗਈ ਆ ਕਿ ਹੋਰ ਜਿਹੜੀਆਂ ਸਿਆਣਪਾਂ ਬਿਰਥੀਆਂ ਬਾਲੇ, ਤਾਂ ਹੀ ਕਹਤਾ ਨਾ ਕਰਮ ਧਰਮ ਪਖੰਡ ਜੋ ਦੀਸਾ, ਤਨ ਜਮ ਜਗਾਤੀ ਲੂਟਾ, ਨਿਰਵਾਣ ਕੀਰਤਨ ਗਾਵੋ ਕਰ ਦੇਗਾ, ਇੱਕ ਨਿਮਕ ਸਿਮਰਤ ਜਦ ਸੂਟ। ਮਹਾਰਾਜ ਕਹਿੰਦੇ ਇੱਕ ਨਿਮਕ ਜਿੰਨਾ ਕੀਰਤੀ 'ਚ ਜੁੜਿਆ ਛੁਟਕਾਰਾ ਹੋ ਜਾਂਦਾ, ਤੇ ਜਿੰਨੇ ਡੰਡਕ ਮੰਡਕ ਮਹਾਰਾਜ ਕਹਿੰਦੇ ਤਾਂ ਜਮਾਂ ਦੀ ਖੁਰਾਕ ਆ। ਕੁਛ ਹਉਮੈ ਖਾ ਜਾਂਦੀ ਹੈ, ਕੁਛ ਜਮ ਜਗਾਤੀ ਲੁੱਟ ਲੈਂਦੇ ਆ ਰਸਤੇ 'ਚ। ਹਾਂ, ਸਤਿਗੁਰੂ ਕੀ ਕਹਿੰਦੇ ਆ ਅੱਗੇ? ਸਤਿਗੁਰ ਪੂਰਾ ਜੇ ਮਿਲਾ ਪਿਆਰੇ, ਸੋ ਜਨ ਹੋਤ ਨਿਹਾਲਾ। ਜਿਹਨੂੰ ਪੂਰਾ ਸਤਿਗੁਰੂ ਮਿਲ ਜਾਂਦਾ, ਪੂਰੇ ਕਾ ਕੀਆ ਸਭ ਕੁਛ ਪੂਰਾ। ਪੂਰਾ ਕੌਣ? ਜਿਹੜਾ ਖੁਦ ਜਾਗ ਚੁੱਕਿਆ। ਬਾਹਰੀ ਉਦਾਹਰਨ ਲੈ ਲਈਏ, ਸਾਨੂੰ ਪਤਾ ਕਿ ਅਸੀਂ ਆਪਦੇ ਘਰੇ ਬਿਨਾਂ ਚਾਨਣ ਤੋਂ ਰੋਜ਼ ਠੇਡੇ ਖਾਂਦੇ ਹਾਂ, ਰੋਜ਼ ਬੜਾ ਕਸ਼ਟ ਝੱਲਦੇ ਆ ਹਨੇਰੇ ਦਾ, ਸਾਹਮਣੇ ਪਈ ਚੀਜ਼ ਨਹੀਂ ਦਿੰਦੀ, ਦੁੱਖ ਭਰਦੇ ਆ। ਤੇ ਸਾਨੂੰ ਕੋਈ ਕਹਿੰਦਾ ਕਿ ਮੇਰੇ ਕੋਲ ਤਾਂ ਐਸੀ ਵਿਧੀ ਹੈ ਕਿ ਮੇਰੇ ਘਰੇ ਤਾਂ ਤੂੰ ਦੇਖੀ ਜਗਮਗ ਜਗਮਗ ਹੁੰਦੀ ਹੱਥ ਨੇ, ਮੈਂ ਇਸ ਤਰ੍ਹਾਂ ਕਰਕੇ ਕਾਗਜ਼ ਪੱਤਰ ਭਰੇ, ਮੈਂ ਬਿਜਲੀ ਦਾ ਕਨੈਕਸ਼ਨ ਲਿਆ ਹੋਇਆ,
ਹੋ ਸਕਦਾ ਉਹਨੂੰ ਵਿਚਾਰੇ ਨੂੰ ਬਿਜਲੀ ਦਾ ਵੀ ਨਾ ਪਤਾ ਹੋਵੇ ਜਿਹਨੂੰ ਦੱਸ ਰਿਹਾ। ਹੁਣ ਉਹਦਾ ਕਲੀਅਰ ਕੱਟ ਕੀ ਪਤਾ ਕਿ ਇਹਦੇ ਸੱਚੀ ਇਹ ਹੈਗਾ, ਉਹਦੇ ਨਾਲ ਜਾਂ ਹੀ ਪਤਾ ਲੱਗਣਾ ਕਿ ਸ਼ਾਮ ਵੇਲੇ ਉਹਦੇ ਘਰੇ ਜਗਮਗ ਹੈ, ਉਹਦੀ ਜ਼ਿੰਦਗੀ 'ਚ ਖੁਸ਼ਹਾਲੀ ਹੈ, ਉਹਦੇ ਕੋਲ ਉਹ ਨੂਰ ਹੈ। ਜੇ ਉਹਦੇ ਆਪਦੇ ਵੀ ਹਨੇਰਾ ਤਾਂ ਉਹ ਖੁਦ ਹੀ ਸੁੱਤਾ ਫਿਰ ਤਾਂ ਅਵਰਾ ਕੋ ਉਪਦੇਸ਼ ਤੇ ਮੁੱਖ ਮੈਂ ਪੜਾ ਹੈ ਰੇਤ ਵਾਲੀ ਗੱਲ ਦਾ। ਸਤਿਗੁਰੂ ਕਹਿੰਦੇ ਸਤਿਗੁਰ ਪੂਰਾ ਜੀ ਮਿਲਾ, ਜਿਹੜਾ ਖੁਦ ਜਾਗਿਆ ਹੋਇਆ, ਜਿਹਨੂੰ ਸਤਿਗੁਰਾਂ ਨੇ ਪ੍ਰਕਾਸ਼ ਦੀ ਬਖਸ਼ਿਸ਼ ਕਰ ਦਿੱਤੀ ਆ, ਜਿਹਨੂੰ ਅਣਹਦ ਨਾਦ ਦੀ ਪ੍ਰਾਪਤੀ ਹੋ ਚੁੱਕੀ ਆ, ਜਿਹੜਾ ਉਹਦੇ ਰੰਗ ਦੇ ਵਿੱਚ ਰਹਿੰਦਾ ਹਰ ਵੇਲੇ, ਜਿਹਦੇ ਕੋਲੇ ਖੁਦ ਸ਼ਾਂਤੀ ਹੈ ਉਹੀ ਤੁਹਾਨੂੰ ਸ਼ਾਂਤੀ ਦੇ ਸਕਦਾ। ਜਿਹਦੇ ਕੋਲੇ ਖੁਦ ਸਹਿਜ ਹੈ ਉਹ ਤੁਹਾਨੂੰ ਸਹਿਜ ਦੇ ਸਕਦਾ। ਜਿਹਦੇ ਕੋਲੇ ਖੁਦ ਪਿਆਰ ਦਾ ਭਰਿਆ ਦਿਲ ਹੈ ਉਹ ਤੁਹਾਨੂੰ ਪਿਆਰ ਦੇ ਸਕਦਾ। ਸਤਿਗੁਰ ਪੂਰਾ ਜੇ ਮਿਲਾ, ਜੇ ਕਿਉਂ ਲਾਈ ਹੈ? ਕਿਉਂਕਿ ਛੇਤੀ ਮਿਲਦਾ ਨਹੀਂ। ਪਿਆਰੇ ਸੋ ਜਨ ਹੋਤ ਨਿਹਾਲ, ਉਹ ਜਾਣਾ ਜਿਹੜਾ, ਦੇਖੋ ਉੱਥੇ ਉਹ ਬੰਦਾ ਵੀ ਲਿਖ ਸਕਦੇ ਸੀ, ਆਦਮੀ ਵੀ ਲਿਖ ਸਕਦੇ ਸੀ, ਉਹ ਜੀਵ ਵੀ ਲਿਖ ਸਕਦੇ ਸੀ। ਇਹ ਜੀਵਾਂ ਵਾਸਤੇ ਗੱਲਾਂ ਨਹੀਂ ਹੈਗੀਆਂ। ਇਹ ਇਸ ਤਰ੍ਹਾਂ ਹੀ ਫਰਕ ਪੈਂਦਾ ਕਿ ਅਸੀਂ ਸਕੂਲ ਦੇ ਬਾਹਰ ਖੜ੍ਹੇ ਹਾਂ, ਉੱਥੇ ਇੱਕ ਬੱਚੇ ਆਮ ਖੇਡਦੇ ਫਿਰਦੇ ਜਿਹੜੇ ਸਕੂਲੇ ਨਹੀਂ ਜਾਂਦੇ। ਜੇ ਆਪਾਂ ਉੱਥੇ ਪੁੱਛਾਂਗੇ ਇਹ ਕੌਣ ਆ, ਉੱਥੇ ਜਿਹੜਾ ਜਾਣਕਾਰ ਖੜਾ ਉਹ ਕਹੂਗਾ ਇਹ ਬੱਚੇ ਆ ਫਲਾਨਿਆਂ ਦੇ, ਜਾਂ ਖੇਡਦੇ ਫਿਰਦੇ ਨਿਆਣੇ ਆ, ਬਾਲਕ ਹੈ ਜਾਂ ਬਾਲਕਮ ਹੈ। ਪਰ ਦੂਜੇ ਪਾਸੇ ਅੰਦਰੋਂ ਹੋਰ 5-7 ਬੱਚੇ ਉਹੋ ਜਿਹੇ ਆ ਗਏ, ਉੱਥੇ ਪੁੱਛਿਆ ਜਾਵੇ ਇਹ ਕੌਣ, ਉਹ ਕਹਿੰਦੇ ਵਿਦਿਆਰਥੀ ਹੈ, ਸਟੂਡੈਂਟ ਹੈ। ਕੀ ਫਰਕ ਪੈ ਗਿਆ ਵੀ? ਉਹਨਾਂ ਬੱਚਿਆਂ ਦਾ ਕੋਈ ਏਮ ਨਹੀਂ ਹੈ ਆਪਣੀ ਜ਼ਿੰਦਗੀ ਦਾ ਕੋਈ ਵੀ, ਉਹ ਬਸ ਮੌਜ ਮਸਤੀ 'ਚ ਮਸਤ ਹੈ। ਉਹਨਾਂ ਨੂੰ ਬੱਚੇ ਹੀ ਕਿਹਾ ਜਾਊਗਾ, ਬਾਲਕ ਹੀ ਕਿਹਾ ਜਾਊਗਾ। ਪਰ ਜਿਨ੍ਹਾਂ ਨੇ ਫੈਸਲਾ ਲੈ ਲਿਆ ਜਾਂ ਜਿਨ੍ਹਾਂ ਦੇ ਮਾਂ ਪਿਓ ਨੇ, ਉਹਨਾਂ ਦੇ ਨਾਲ ਦੇ ਹੀ ਆ ਉਹ ਵੀ, ਕਿ ਇਹਨਾਂ ਨੂੰ ਗਿਆਨ ਦਿਵਾਉਣਾ, ਉਹ ਗਿਆਨ ਹਾਸਲ ਕਰਕੇ ਇਹ ਉੱਚੀਆਂ ਪਦਵੀਆਂ ਪਾਉਣ, ਸਮਾਜ ਦੇ ਵਿੱਚ ਮਾਣ ਪਾਉਣ, ਸੇਵਾ ਕਰਨ ਦੁਨੀਆ ਦੀ, ਖੁਦ ਸਿਮਰਨ ਕਰਨ ਸਿੱਖਣ। ਜਿੱਦੇ ਤੋਂ ਦਾਖਲ ਕਰਾਤੇ ਉਹ ਇਕੱਲੇ ਬੱਚੇ ਨਹੀਂ ਰਹੇ, ਉਹ ਵਿਦਿਆਰਥੀ ਬਣ ਗਏ। ਫਿਰ ਉਹਨਾਂ ਵਿਦਿਆਰਥੀਆਂ ਦੇ ਵਿੱਚ ਹੀ ਅਹੁਦੇ ਬਣਨੇ ਅੱਗੇ ਦੀ ਅੱਗੇ। ਇਸੇ ਤਰ੍ਹਾਂ ਅਸੀਂ ਜਦੋਂ ਵਿਦਿਆਰਥੀ ਹੋ ਜਾਂਦੇ ਹਾਂ, ਇਹ ਰਾਹ ਫੜ ਲੈਂਦੇ ਹਾਂ ਕਿ ਮੈਨੂੰ ਆਪਣੇ ਆਪੇ ਦੀ ਪ੍ਰਾਪਤੀ ਚਾਹੀਦੀ ਆ, ਮੈਂ ਪਰਮਾਤਮਾ ਨਾਲ ਮੇਲ ਚਾਹੁੰਦਾ, ਮੈਂ ਸ਼ਾਂਤੀ ਸਕੂਨ ਸਹਿਜ ਚਾਹੁੰਦਾ। ਇਹ ਅਵਸਥਾ ਤੋਂ ਬਾਅਦ ਹੀ ਉਹ ਸਟੇਟਮੈਂਟ ਆਉਂਦੀ ਹੈ ਜਿਹੜੀ ਇੱਕ ਮਿਕਤ ਵਾਲੀ ਆ। ਅਤੇ ਫਿਰ ਮਹਾਰਾਜ ਕਹਿੰਦੇ ਫਿਰ ਟੱਕਰਦਾ ਕਦੇ ਕੋਈ। ਸਤਿਗੁਰ ਪੂਰਾ ਜੇ ਮਿਲਿਆ ਪਿਆਰੇ, ਸੋ ਜਨ ਹੋਤ ਨਿਹਾਲਾ। ਫਿਰ ਤਾਂ ਨਿਹਾਲ ਹੋ ਜਾਂਦਾ ਉਹ, ਕਿਉਂਕਿ ਜੋ ਉਹਨੂੰ ਚਾਹੀਦਾ, ਉਹਦੀ ਪੜ੍ਹਾਈ ਦਾ ਇੰਤਜ਼ਾਮ, ਉਹਦੀ ਫੀਸ ਦਾ ਇੰਤਜ਼ਾਮ, ਉਹ ਸਾਰਾ ਕੁਛ ਹੋਣਾ ਸ਼ੁਰੂ ਹੋ ਜਾਂਦਾ। ਅਤੇ ਗਿਆਨ ਆ ਜਿਹੜਾ, ਗਿਆਨ ਦੇ ਜਿਹੜੇ ਚਕਸ਼ੂ ਆ, ਜਿਹੜੀ ਸਮਝ ਹੈ, ਉਹਨੂੰ ਆਉਣੀ ਸ਼ੁਰੂ ਹੋ ਜਾਂਦੀ ਆ। ਜਿਹੜੇ ਬੱਚੇ ਨੇ 1 ਸਾਲ ਸਕੂਲ ਚਲਾ ਲਿਆ, ਉਹਦਾ ਅਤੇ ਉਹ ਜਿਹੜੇ ਬਾਹਰ ਖੇਡਦੇ ਰਹਿੰਦੇ ਆ, ਉਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਜਾਣਾ ਸੋਚ ਦਾ। ਉਹਦੇ ਕੋਲ ਐਸੀ ਸਮਝ ਅਤੇ ਪਰਖਰ ਬੁੱਧੀ ਆਉਣੀ ਸ਼ੁਰੂ ਹੋ ਜਾਣੀਆਂ ਜਿਹੜੀਆਂ ਗੱਲਾਂ ਦਾ ਉਹਨਾਂ ਨੂੰ ਮਤਲਬ ਹੀ ਨਹੀਂ ਹੈ ਅਤੇ ਉਹਨਾਂ ਨੂੰ ਲੱਗਦੀਆਂ ਵੀ ਬੇਕਾਰ ਆ। ਇਹ ਤੁਰਦੇ ਆ ਜਦੋਂ, ਫਿਰ ਅਸੀਂ ਜਨ ਬਣਦੇ ਹਾਂ। ਸਤਿਗੁਰ ਪੂਰਾ ਜੇ ਮਿਲਾ ਪਿਆਰੇ, ਸੋ ਜਨ ਹੋਤ ਨਿਹਾਲਾ। ਮਹਾਰਾਜ ਕਹਿੰਦੇ ਉਹ ਨਿਹਾਲ ਹੋ ਜਾਂਦਾ, ਉਹਨੂੰ ਉਹ ਰਸਤਾ ਮਿਲ ਜਾਂਦਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਿਆਲਾ। ਜਦੋਂ ਅਸੀਂ ਸਮਝਣਾ ਸ਼ੁਰੂ ਕਰ ਦਿਆਂਗੇ, ਸਾਨੂੰ ਪਤਾ ਲੱਗਣਾ ਕਿ ਹਰ ਗੱਲ ਘੁੰਡੀ 'ਚ ਘੁੰਡੀ ਪਈ ਵੀ ਹੈ। ਕਿਤੇ ਐਂ ਲੱਗਦਾ ਫੈਸਲਾ ਮੈਂ ਹੀ ਲਿਆ ਇੱਧਰ ਜਾਣ ਦਾ। ਫਿਰ ਸਤਿਗੁਰੂ ਕਹਿੰਦੇ ਵੀ ਤੂੰ ਪਹਿਲਾਂ ਫਿਰ ਕਿਉਂ ਨਾ ਲੈ ਲਿਆ। ਕਈ ਵਾਰੀ ਮਨ ਕਹਿੰਦਾ ਮੈਨੂੰ ਸਮਝ ਹੈਗੀ ਜਾਂ ਸੀਗੀ ਕੋਈ, ਫਿਰ ਜੋ ਸਤਿਗੁਰੂ ਸ਼ਬਦ ਸਾਹਮਣੇ ਲਿਆਉਂਦੇ ਵੀ ਫਿਰ ਪਹਿਲਾਂ ਕਿੱਥੇ ਗਈ ਸੀ ਜਦੋਂ ਆਹ ਗੱਲਾਂ ਵਾਪਰੀਆਂ। ਉੱਥੇ ਜਾ ਕੇ ਪਤਾ ਲੱਗਦਾ, ਕਹਿੰਦੇ ਗੁਰੂ ਦੀ ਸੇਵਾ ਦੇ ਵਿੱਚ ਵੀ ਉਹ ਆਉਂਦਾ, ਉਹ ਸਾਧੂ ਨੂੰ ਟੋਲਦਾ, ਉਹਨੂੰ ਪਿਆਸ ਪੈਦਾ ਹੁੰਦੀ ਆ ਜਿਹਦੇ 'ਤੇ ਉਹ ਪਰਮ ਪਿਤਾ ਦਿਆਲ ਹੁੰਦਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਇਆਲਾ। ਜਿਹਦੇ 'ਤੇ ਉਹ ਮਿਹਰਬਾਨ ਹੋ ਜਾਂਦਾ, ਉਹਦੇ ਫਿਰ ਅੰਦਰੋਂ ਬਲਬਲੇ ਖਿਆਲ ਉੱਠਣੇ ਸ਼ੁਰੂ ਹੁੰਦੇ ਆ, ਮਿਲਾਪ ਦੇ ਰੌਂ ਚੱਲਦੇ ਆ ਉਹਦੇ ਅੰਦਰ। ਉਹਨੂੰ ਖਿੱਚ ਪੈਂਦੀ ਹੈ ਸਤਿਪੁਰਖਾਂ ਦੀ, ਸਾਧੂਆਂ ਦੀ, ਸੰਤਾਂ ਦੀ, ਸਤਿਗੁਰਾਂ ਦੀ ਸੇਵਾ ਦੀ।
ਤੀਰਥਾਂ 'ਤੇ ਜਾਣ ਦੀ, ਜਿੱਥੇ ਪਿਆਰੇ ਜਾਗੇ ਹੋਏ ਜਾਂਦੇ ਆ, ਉਹ ਹਰ ਥਾਂ ਤੀਰਥ ਬਣ ਜਾਂਦਾ। ਸਤਸੰਗ ਕਰਨ ਦੀ, ਕਥਾ ਕਰਨ ਸੁਣਨ ਦੀ, ਕੀਰਤਨ ਸੁਣਨ ਦੀ, ਅਧਿਆਤਮ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ਦੀ, ਕੁਛ ਜਾਣਨ ਦੀ ਭੁੱਖ ਪਿਆਸ ਪੈਦਾ ਹੁੰਦੀ ਹੈ ਬਹੁਤ ਜ਼ਿਆਦਾ। ਕਰਦਾ ਕੌਣ ਹੈ? ਜਦੋਂ ਉਹ ਮਾਲਕ ਦਿਆਲ ਹੁੰਦਾ, ਉਹਦੀ ਇਹ ਕਰਮ ਸਾਡਾ ਜਾਗ ਕੇ ਅੱਗੇ ਆਉਂਦਾ। ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ। ਕਹਿੰਦੇ ਫਿਰ ਜਦੋਂ ਉਹ ਦਿਆਲ ਹੋ ਜੇ ਤੇ ਸਾਡੇ ਅੰਦਰ ਜਿਹੜੀ ਉਹਦੀ ਮੂਰਤ ਆ, ਜਿਹੜਾ ਅਕਾਲ ਮੂਰਤ ਆ, ਅਜੂਨੀ ਹੈ, ਉਹ ਸਫਲਾ ਹੋਣਾ ਸ਼ੁਰੂ ਹੋ ਜਾਂਦਾ, ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ। ਉਹਦਾ ਸਰੂਪ ਕੀ ਆ? ਗਿਆਨ ਅੰਜਨ ਨਾਲ ਦਿਸਦਾ। ਉਹ ਸਾਡੀ ਸਮਝ ਡਿਵੈਲਪ ਹੁੰਦੀ ਆ। ਸਾਨੂੰ ਜਿਹੜੀ ਚੀਜ਼ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ, ਪਹਿਲੀ ਵਾਰ ਵੀ ਝੱਕ ਗਏ ਤੇ ਉਹਦਾ ਕਾਫੀ ਕੁਝ ਖੁੱਲ੍ਹ ਕੇ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ। ਉਹਦੀ ਸਫਲ ਮੂਰਤ ਗੁਰਦੇਵ, ਗੁਰਦੇਵ ਦੀ ਕਿਰਪਾ ਨਾਲ ਸੁਆਮੀ ਸਰਬ ਕਲਾ ਭਰਪੂਰੇ। ਅਤੇ ਉਹ ਜਿਹੜਾ ਸੁਆਮੀ ਆ, ਪਹਿਲਾਂ ਸਾਨੂੰ ਜਿਹੜੀਆਂ ਚੀਜ਼ਾਂ ਦਿੰਦੀਆਂ ਸੀ, ਧਰਤੀ, ਹਵਾ, ਪਾਣੀ, ਦਰਖਤ, ਆ ਬੰਦੇ, ਆ ਲੋਕ, ਹੁਣ ਕੀ ਹੋਇਆ? ਥੋੜ੍ਹਾ ਫਰਕ ਪਿਆ। ਜਦੋਂ ਆਪਣੇ ਅੰਦਰ ਕੁਛ ਚਾਨਣ ਦਿਸਿਆ, ਪ੍ਰਕਾਸ਼ ਦਿਸਿਆ, ਉਹਦੇ ਕਣ ਦਿਸੇ, ਤਾਂ ਬਾਹਰ ਵੀ ਸਾਰੇ ਥਾਈਂ ਉਹੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ। ਸਾਰੀਆਂ ਕਲਾਵਾਂ ਦੇ ਵਿੱਚ ਉਹੀ ਭਰਪੂਰ ਆ। ਅਸੀਂ ਜਾਣ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਹੁਣ ਤਾਂ ਜੇ 16 ਕਲਾ ਸੰਪੂਰਨ ਦੀ ਗੱਲ ਸੰਸਾਰ 'ਚ ਆਮ ਹੀ ਚੱਲਦੀ ਹੈ, ਉਹ ਕਲਾਵਾਂ ਦੇ ਵਿੱਚ ਹੀ ਬਹੁਤ ਕੁਛ ਆ ਜਾਂਦਾ। ਸ਼ਿੰਗਾਰ ਕਰਨਾ ਵੀ ਇੱਕ ਕਲਾ ਹੈ, ਬੋਲਣਾ ਵੀ ਇੱਕ ਕਲਾ ਹੈ, ਗਾਉਣਾ ਵੀ ਇੱਕ ਕਲਾ, ਪੁਰਨਣਾ ਸਿਉਣਾ ਵੀ ਇੱਕ ਕਲਾ ਹੈ। ਇਸ ਤਰ੍ਹਾਂ 16 ਕਲਾਵਾਂ ਹੁੰਦੀਆਂ। ਅਸੀਂ ਤਾਂ ਇੱਕ ਦੋ ਕਲਾ ਨੂੰ ਪਿਆਰ ਕਰਦੇ ਹਾਂ ਅਤੇ ਇੱਕ ਦੋ ਕਲਾਵਾਂ ਨੂੰ ਐਂ ਮੰਨ ਲੈਂਦੇ ਹਾਂ ਵੀ ਇਹ ਤਾਂ ਗਲਤ ਆ ਅਤੇ ਉਹਦਾ ਵਿਰੋਧ, ਹਰ ਥਾਂ 'ਤੇ ਵਿਰੋਧ। ਪਰ ਸਤਿਗੁਰੂ ਨੂੰ ਨਹੀਂ ਪੁੱਛਦੇ। ਮਹਾਰਾਜ ਕਹਿੰਦੇ ਸਾਰੀਆਂ ਕਲਾਵਾਂ ਉਹਦੀਆਂ ਹੀ ਹੈ, ਸਰਬ ਕਲਾ ਭਰਪੂਰ ਆ, ਉਹੀ ਹੈ ਸਰਦਾ ਭਰਪੂਰ। ਜਿੱਥੇ ਹੀ ਵਿਰੋਧ ਕਰੋਗੇ, ਚੱਕਰ 'ਚ ਪਾਓਗੇ, ਆਪਣੇ ਹੀ ਕਰੋਗੇ, ਤਾਣੀ ਉਲਝਾਉਂਦੇ ਜਾਓਗੇ, ਨਰਕ ਬਣਾ ਲਓਗੇ ਜ਼ਿੰਦਗੀ ਨੂੰ ਨਾ ਕਰਕੇ। ਹਰ ਥਾਂ ਉਹੀ ਹੈ। ਆਪਣੀ ਜ਼ਿੰਮੇਵਾਰੀ ਲਓ। ਆਪਾਂ ਜਿਉਣ ਆਏ ਹਾਂ, ਦੂਜਿਆਂ ਨੂੰ ਉਹਨਾਂ ਚਿਰ ਕੁਛ ਨਾ ਕਹੋ ਜਿੰਨਾ ਚਿਰ ਖੁਦ ਸਮਝ ਨਹੀਂ ਆਉਂਦੀ। ਮਹਾਰਾਜ ਕਹਿੰਦੇ ਅਵਰੈ ਕੋ ਉਪਦੇਸ਼ ਤੇ ਮੁੱਖ ਮੈਂ ਪੜ੍ਹਾਇਆ ਰੇਤ। ਮੂੰਹ 'ਚ ਰੇਤ ਹੀ ਪੜਦੀ ਹੈ। ਜਿਹੜੀ ਗੱਲ ਖੁਦ ਨਾ ਪਤਾ ਹੋਵੇ ਉਹਨੂੰ ਐਵੇਂ ਬੋਲੀ ਜਾਗੇ, ਗੱਲ ਨਹੀਂ ਬਣਦੀ। ਸਤਿਗੁਰੂ ਕੀ ਕਹਿੰਦੇ ਆ? ਉਹਦੀ ਬੜੀ ਤਾਕਤ ਹੈ, ਸਾਰੀਆਂ ਕਲਾਵਾਂ ਉਹਦੀਆਂ ਅਤੇ ਸਾਰੇ ਕਿਤੇ ਉਹ ਭਰਪੂਰ ਆ, ਤੁਹਾਨੂੰ ਦੀਂਦਾ। ਇਦੋਂ ਪਹਿਲਾਂ ਤਾਂ ਗੱਲਾਂ ਹੁੰਦੀਆਂ ਸ਼ੁਰੂ 'ਚ, ਫਿਰ ਜੋ ਟੱਚ ਲੱਗਣੇ ਸ਼ੁਰੂ ਹੁੰਦੇ ਆ ਨਾ, ਰੌਂ ਚੱਲਣੀ ਸ਼ੁਰੂ ਹੁੰਦੀ ਆ, ਉਹ ਦੱਸਦੀ ਆ ਵੀ ਬੇਅੰਤ ਖੇਡਾਂ, ਆਨੰਦ ਹੀ ਆਨੰਦ ਆ, ਖੇੜਾ ਹੀ ਖੇੜਾ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਕਹਿੰਦੇ ਗੁਰੂ ਅਰਜਨ ਸਾਹਿਬ ਕਹਿ ਰਹੇ ਆ ਕਿ ਜਿਹੜਾ ਆਪ ਨਰਾਇਣ ਆਇਆ ਸੀ ਨਾ ਕਲਾ ਧਾਰ ਕੇ ਨਾਨਕ ਦੇ ਰੂਪ 'ਚ, ਨਾਨਕ ਗੁਰ ਪਾਰ ਬ੍ਰਹਮ, ਉਹ ਨਾਨਕ ਖੁਦ ਹੀ ਪਾਰ ਬ੍ਰਹਮ ਆ, ਪਰਮੇਸ਼ਰ ਸਦਾ ਸਦਾ ਹਜੂਰੇ। ਸਾਡੇ ਲਈ ਗੁਰੂ ਨਾਨਕ ਹੀ ਗੁਰੂ ਆ, ਗੁਰੂ ਨਾਨਕ ਹੀ ਪਾਰ ਬ੍ਰਹਮ ਆ, ਗੁਰੂ ਨਾਨਕ ਹੀ ਪਰਮੇਸ਼ਰ ਹੈ। ਕਿਉਂਕਿ ਉਸੇ ਦਾ ਰੂਪ ਹੀ ਧਾਰ ਕੇ ਸਾਨੂੰ ਜਗਾਉਣ ਆਇਆ ਅਤੇ ਇਹ ਦੱਸ ਗਿਆ ਜਾਂਦਾ ਕਿ ਤੁਸੀਂ ਵੀ ਉਹੀ ਹੋ, ਤੁਸੀਂ ਵੀ ਪਾਰ ਬ੍ਰਹਮ ਦਾ ਰੂਪ ਹੀ ਹੋ, ਤੁਸੀਂ ਘੱਟ ਨਹੀਂ। ਐਵੇਂ ਨਾ ਜਿਹੜੇ ਇੱਥੇ ਜਾਲ ਵਸਾਏ ਵੇ ਆ ਊਚ ਨੀਚ ਦੇ, ਜਾਤਾਂ ਪਾਤਾਂ ਦੇ, ਉਹਨਾਂ 'ਚ ਉਲਝ ਕੇ ਆਪਦੇ ਫੰਗ ਤੜਵਾ ਲਿਓ। ਤੁਸੀਂ ਉਹੀ ਹੋ। ਤੁਹਾਡੀ ਗਵਾਹੀ ਭਰਦਾ ਨਿਰੰਕਾਰ ਦਾ ਦੂਤ ਪਵਨ ਗੁਰੂ, ਤੁਹਾਡੇ ਕੋਲੇ ਗੁਰੂ ਆ ਨਾ, ਤੁਸੀਂ ਉਹਦੇ ਪੁੱਤਰ ਹੋ। ਪਿਤਾ ਤੁਹਾਡਾ ਪਾਣੀ ਤੁਹਾਡੇ ਨਾਲ ਆ, ਜਿਹਨੂੰ ਪਿਤਾ ਦਾ ਦਰਜਾ ਦਿੱਤਾ ਨਿਰੰਕਾਰ ਨੇ, ਜਿਹਦੇ ਨਾਲ ਜੀਵ ਹਰਿਆ ਹੁੰਦਾ ਸਾਰਾ। ਮਾਤਾ ਤੁਹਾਡੇ ਕੋਲ ਆ, ਗੁਰੂ ਤੁਹਾਡੇ ਕੋਲ। ਤੁਹਾਨੂੰ ਚਾਹੀਦਾ ਕੀ ਆ? ਤਿੰਨ ਹੀ ਵਿਰਾਟ ਰਿਸ਼ਤੇ ਆ ਵੱਡੇ, ਤਿੰਨੇ ਤੁਹਾਡੇ ਕੋਲ ਆ। ਤੁਸੀਂ ਕਿਸੇ ਤੋਂ ਘੱਟ ਨਹੀਂ, ਤੁਸੀਂ ਉਹੀ ਹੋ, ਉਹਦਾ ਰੂਪ ਹੋ। ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਸਦਾ ਹੀ ਹਰ ਵੇਲੇ ਕੋਲ ਹੀ ਆ, ਉਹਦੀ ਅਸੀਂ ਹਜੂਰੀ 'ਚ ਹੀ ਆ, ਅੰਗ ਸੰਗ ਆ ਹਰ ਵੇਲੇ। ਨਾਨਕ ਹਵਾਵਾਂ 'ਚ ਵਸਦਾ, ਨਾਨਕ ਸਾਰੀ ਪ੍ਰਕਿਰਤੀ ਦੇ ਵਿੱਚ ਵਸਦਾ,
ਉਹ ਨਾਨਕ ਨਿਰੰਕਾਰ ਮਾਲਕ ਰੂਪ ਹੋ ਚੁੱਕਿਆ ਉਹਦਾ, ਉਹ ਖੁਦ ਪਾਰ ਬ੍ਰਹਮ ਆ, ਪਰਮੇਸ਼ਰ ਆ। ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਆਹ ਚੀਜ਼ ਬੜੀ ਕੰਮ ਆਉਂਦੀ ਆ, ਬੜਾ ਆਨੰਦ ਆਉਂਦਾ ਜਦੋਂ ਕਿਤੇ ਤੁਹਾਨੂੰ ਇਹ ਚੀਜ਼ਾਂ ਨੂੰ ਆਪਾਂ ਜਾਣਨਾ ਚਾਹੁੰਦੇ ਹੁੰਦੇ ਆ ਤੇ ਇਸ ਪਾਸੇ ਤੁਰਦੇ ਆ ਤੇ ਆਪਾਂ ਨੂੰ ਦੱਸ ਪੈਂਦੀ ਆ ਕਿ ਫਲਾਣੇ ਥਾਂ ਕੋਈ ਜਪੀ ਤਪੀ ਆ, ਬੜਾ ਜਾਪ ਪਾਠ ਕਰਦੇ ਆ, ਕੀਰਤਨ ਸੇਵਾ ਕਰਦੇ ਆ, ਉਹਨਾਂ 'ਤੇ ਕੋਈ ਕਿਰਪਾ, ਉਹਨਾਂ ਦੀ ਜੋ ਸ਼ੋਅ ਮਿਲਦੀ ਹੈ, ਸਾਨੂੰ ਕਨਸੋ ਮਿਲਦੀ ਹੈ, ਫਿਰ ਬੜਾ ਚਾਅ ਹੁੰਦਾ ਛੇਤੀ ਵੀ ਚੱਲੀਏ, ਕਰੀਏ ਦਰਸ਼ਨ, ਚੱਲ ਕੇ ਮਿਲੀਏ ਉਹਨਾਂ ਨੂੰ ਜਿਨ੍ਹਾਂ ਨੇ ਜਾਣ ਲਿਆ। ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜੀਣ ਨੂੰ ਜੀ ਕਰਦਾ। ਫਿਰ ਇੱਕ ਹੌਸਲਾ ਆਉਂਦਾ ਕਿ ਜੇ ਇਹ ਪਾ ਸਕਦੇ ਆ ਤੇ ਅਸੀਂ ਵੀ ਪਾ ਸਕਦੇ ਹਾਂ। ਹਰ ਇੱਕ ਬੁੱਧ ਪੁਰਸ਼ ਉਦਾਹਰਨ ਬਣਦਾ ਸਾਡੇ ਲਈ, ਹਰ ਇੱਕ ਸਾਧੂ, ਹਰ ਇੱਕ ਸੰਤ, ਹਰ ਇੱਕ ਬ੍ਰਹਮ ਗਿਆਨੀ ਸਾਡੇ ਲਈ ਪ੍ਰੇਰਨਾ ਸਰੋਤ ਬਣਦਾ। ਉਹਦੀ ਜੀਵਨੀ ਪੜ੍ਹਨੀ ਚੰਗੀ ਲੱਗਦੀ ਆ, ਉਹਦਾ ਤੁਰਨਾ ਫਿਰਨਾ ਬੈਠਣਾ ਉੱਠਣਾ ਇੱਕ ਲੈ ਚੰਗੀ ਲੱਗਦੀ ਆ, ਚੜ੍ਹਦੀ ਕਲਾ ਬਖਸ਼ਿਸ਼ ਹੁੰਦੀ ਆ। ਮਹਾਰਾਜ ਕਹਿੰਦੇ ਫਿਰ ਬੜਾ ਚਿੱਤ ਖੁਸ਼ ਹੁੰਦਾ। ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਦੋਂ ਉਹਨਾਂ ਦੀਆਂ ਗੱਲਾਂ ਚੱਲਦੀਆਂ ਨਾ, ਜਾਗਿਆ ਹੋਇਆਂ ਦੀਆਂ, ਜਾਣ ਚੁੱਕਿਆਂ ਦੀਆਂ, ਉਹ ਕਿਸੇ ਖਿੱਤੇ ਦੇ ਹੋਣ, ਕਿਸੇ ਦੇਸ਼ ਦੇ ਹੋਣ, ਕਿਸੇ ਕਮਿਊਨਿਟੀ ਦੇ ਹੋਣ। ਕਮਿਊਨਿਟੀ 'ਚ ਬੰਦਾ ਉਨਾ ਚਿਰ ਹੀ ਹੁੰਦਾ ਜਿੰਨਾ ਚਿਰ ਥੋੜ੍ਹਾ ਸੁੱਤਾ, ਜਿੱਦੇ ਜਾਗ ਜਾਂਦਾ ਇਹ ਧਰਮਾਂ ਦੀਆਂ ਕਮਿਊਨਿਟੀਆਂ ਦੀਆਂ ਬਲਗਣਾ 'ਚੋਂ ਉੱਚਾ ਉੱਠ ਜਾਂਦਾ। ਉਹਨੂੰ ਪਤਾ ਲੱਗਦਾ ਕਿ ਮੇਰੇ ਪਰਮ ਪਿਤਾ ਪਰਮਾਤਮਾ ਦੇ ਅਸੀਂ ਸਾਰੇ ਹੀ ਬੱਚੇ ਹਾਂ। ਉਹ ਫਿਰ ਵਿਰੋਧ ਨਹੀਂ ਕਿਸੇ ਦਾ ਵੀ ਕਰ ਸਕਦਾ। ਉਹਨੂੰ ਪਤਾ ਆਹ ਫੁੱਲ ਵੀ ਉਹਦੇ ਆ, ਆਹ ਫੁੱਲ ਵੀ ਉਹਦੇ ਆ, ਸਾਰੀ ਫੁੱਲਵਾੜੀ ਮੇਰੇ ਮਾਲਕ ਦੀ ਆ ਅਤੇ ਮੇਰਾ ਮਾਲਕ ਹੀ ਸਾਰਿਆਂ ਨੂੰ ਜੜ੍ਹਾਂ ਤੋਂ ਤਾਕਤ ਦੇ ਰਿਹਾ, ਮੇਰਾ ਮਾਲਕ ਹੀ ਸਾਰਿਆਂ ਨੂੰ ਸੁਗੰਧੀ ਦੇ ਰਿਹਾ, ਮੇਰਾ ਮਾਲਕ ਹੀ ਸਾਰੀ ਕਾਇਨਾਤ ਚਲਾ ਰਿਹਾ। ਵਿਰੋਧ ਕਰੋਗੇ ਕਿਹਦਾ? ਇਹ ਉਨਾ ਚਿਰ ਆ ਜਿੰਨਾ ਚਿਰ ਤੁਸੀਂ ਖੂਹ ਦੇ ਡੱਡੂ ਵਾਂਗੂ ਰਹਿੰਦੇ ਹੋ, ਦਾਇਰੇ ਦੇ ਵਿੱਚ, ਥੋੜ੍ਹੇ ਥੋੜ੍ਹੇ ਦਾਇਰੇ 'ਚ, ਅਤੇ ਉਹੀ ਗੱਲਾਂ, ਉਹੀ ਉਲਝਣਾ, ਉਹੀ ਦਿਮਾਗ 'ਚ। ਪਰ ਜਿਵੇਂ ਜਿਵੇਂ ਜਾਣਨਾ ਚਾਹੁੰਦੇ ਉੱਚਾ ਉੱਠਦੇ ਆ। ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਜਾਣਿਆ ਤਾਂ ਆਪਣਾ ਨਾ, ਆਪਣੇ ਅੰਦਰੋਂ ਜਾਣਿਆ ਅਤੇ ਚਾਓ ਦੂਜਿਆਂ ਨੂੰ, ਕਿਉਂਕਿ ਉਹ ਇੱਕ ਉਮੀਦ ਹੈ, ਇੱਕ ਕਿਰਨ ਆ। ਉਹਨਾਂ ਦਾ ਸੰਗ ਕੀਤਿਆਂ, ਉਹਨਾਂ ਦਾ ਜਸ ਕੀਤਿਆਂ, ਉਹਨਾਂ ਦੇ ਕੋਲ ਜਾਇਆ, ਸਾਡੇ ਆਭਾ ਮੰਡਲ ਸਾਫ਼ ਹੁੰਦੇ ਆ। ਸਾਡੇ ਪਤਾ ਨਹੀਂ ਜਨਮਾਂ ਜਨਮਾਂ ਦੀ ਕਿੰਨੀ ਕੁ ਕਾਲਖ ਭਰੀ ਪਈ ਆ, ਅਸੀਂ ਚੱਕੀ ਫਿਰਦੇ ਹਾਂ ਸਾਡੇ ਆਭਾ ਮੰਡਲ 'ਚ। ਤਾਂ ਹੀ ਤਾਂ ਸਾਡੇ ਲਾਮੀ ਪ੍ਰਕਾਸ਼ ਨਹੀਂ ਹੈ, ਸਾਡੇ ਕੋਈ ਅੱਖਾਂ 'ਚ ਖੁਸ਼ੀ ਨਹੀਂ, ਸਾਡੇ ਚਿਹਰੇ 'ਤੇ ਖੁਸ਼ੀ ਨਹੀਂ। ਅਸੀਂ ਦੁਨਿਆਵੀ ਤੌਰ 'ਤੇ ਮੰਨ ਸਕਦੇ ਹਾਂ ਕਿ ਜਿਹੜੇ ਬੰਦੇ ਕੋਲ ਕੁਛ ਵੀ ਨਹੀਂ, ਰਹਿਣ ਨੂੰ ਕਮਰਾ ਵੀ ਹੈ ਨਹੀਂ, ਉਹਦਾ ਮੂੰਹ ਆਏ ਹੋਵੇ ਘਸੁੰਨ ਵਰਗਾ, ਤਾਂ ਮੰਨਣਾ ਪੈਣਾ ਕਿ ਵਿਚਾਰਾ ਕਰੇ ਕੀ ਹੋਰ। ਜਦ ਜਿਨ੍ਹਾਂ ਕੋਲ ਥਾਂ ਥਾਂ ਮਹਿਲ ਹੈ, ਸ਼ਹਿਰਾਂ 'ਚ ਘਰ ਕੋਠੀਆਂ ਅੱਡ, ਪਿੰਡਾਂ 'ਚ ਅੱਡ, ਜਾਇਦਾਦਾਂ, ਵੱਡੀਆਂ ਵੱਡੀਆਂ ਗੱਡੀਆਂ 'ਚ ਬੈਠੇ, ਅਤੇ ਜਦੋਂ ਮੂੰਹ ਦੇਖੋਗੇ ਉਹਨਾਂ ਦਾ ਜਿਵੇਂ ਪਤਾ ਨਹੀਂ ਕੀ ਹੋਇਆ ਹੁੰਦਾ। ਇਹ ਹੁਣ ਤਾਂ ਹੱਸ ਪਓ, ਬਹੁਤ ਕੁਛ ਆ, ਕਰੋ ਧੰਨਵਾਦ ਉਹਦਾ ਕਰਤੇ ਦਾ। ਕਿਤੇ ਰੋਕ ਕੇ ਨਾ ਇਕੱਲੇ ਬ੍ਰੇਕਾਂ ਲਾ ਕੇ ਕਿਸੇ ਦਰਖਤ ਥੱਲੇ ਸੋਚੋ ਲਈ ਕੀ ਨਹੀਂ ਤੁਹਾਡੇ ਕੋਲ, ਇਹ ਕਿਉਂ ਨਹੀਂ ਹੱਸਦੇ? ਹਾਲੇ ਉਦੋਂ ਉਲਟਾ ਜਿਹਦੇ ਕੋਲ ਕੁਛ ਨਹੀਂ ਉਹ ਹੱਸਦੇ ਫਿਰਦੇ ਆ। ਉਹ ਕੋਈ ਚੜ੍ਹਦੀ ਕਲਾ 'ਚ ਜਦੋਂ ਇੱਕ ਡੰਗ ਦੇ ਇੰਤਜ਼ਾਮ ਹੋ ਗਿਆ ਨਾ ਢੋਲੇ ਦੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਗੀਤ ਗਾਉਂਦੇ ਆ। ਮਹਾਰਾਜ ਕਹਿੰਦੇ ਧਿਆਨ ਦਿਓ, ਬੇਹੋਸ਼ੀ 'ਚ ਨਾ ਜੀਵਨ ਗੁਜ਼ਾਰ ਦਿਓ। ਕਿਤੇ ਆਈ ਬੇਹੋਸ਼ੀ 'ਚ ਲੰਘਦਿਆਂ ਪਤਾ ਹੀ ਨਹੀਂ ਕਿੱਥੇ ਸਟਾਪ ਆ ਜਾਣਾ, ਕਦੋਂ ਬਾਜ਼ ਮਾਰ ਲੈਣੀ ਆ। ਹਮ ਆਦਮੀ ਹਾਂ ਇੱਕਦਮ ਹੀ ਖਤਮ ਖੇਡਾ। ਜੋ ਵੀ ਹੈਗਾ ਜਿੰਨਾ ਕੁ ਬਹਿ ਕੇ, ਜੇ ਕੰਨਾਂ 'ਚ ਆਵਾਜ਼ ਪੈ ਰਹੀ ਹੈ ਨਾ, ਬਹਿ ਕੇ ਹਿਸਾਬ ਲਾਇਓ ਬਚਪਨ ਤੋਂ ਲੈ ਕੇ ਹੁਣ ਤਾਈਂ ਦਾ, ਯਾਰ ਕਿੰਨੀਆਂ ਨਿਆਮਤਾਂ। ਜੇ ਸਰੀਰ ਹੀ ਤੰਦਰੁਸਤ ਦਿੱਤਾ ਤਾਂ ਕਿੱਡੀ ਵੱਡੀ ਕਲਾ ਉਹਦੀ। ਗੁਣ ਗਾਓ। ਸੁਣ ਸੁਣ ਜੀਵਾ ਸੋਏ ਤਿੰਨਾ ਕੀ, ਜਿਨ ਆਪਣਾ ਪ੍ਰਭ ਜਾਤਾ। ਹਰ ਨਾਮ ਅਰਾਧ ਹੈ, ਨਾਮ ਬਖਾਣਾ ਹੈ, ਹਰ ਨਾਮੇ ਹੀ ਮਨ ਰਾਤਾ। ਸਤਿਗੁਰੂ ਕਹਿੰਦੇ ਉਹ ਕਰਦੇ ਕੀ ਸੀ, ਜੇ ਕਰਦੇ ਕੀ ਆ? ਹਰ ਨਾਮ। ਹਰ ਆ ਜਿਹੜਾ ਸਾਡੇ ਅੰਦਰ ਦੇ ਸੈਂਟਰਾਂ ਦਾ ਬੀਜ ਮੰਤਰ ਆ, ਚਾਬੀ ਆ। ਕੀ ਆ ਇਹ ਸੈਂਟਰਾਂ ਦੀ? ਜਿੱਥੇ ਤਾਕਤਾਂ ਛੁਪੀਆਂ ਪਈਆਂ,
ਜਿੱਥੇ ਲੁਕੋਈਆਂ ਹੋਈਆਂ। ਜਦੋਂ ਕੋਈ ਇਹਨੂੰ ਰਾਤ ਦਾ ਜਪਦਾ ਧਿਆਉਂਦਾ, ਉਹ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਆ। ਹਰ ਨਾਮ ਅਰਾਧਾ ਹੈ, ਉਹ ਹਰੀ ਦੇ ਨਾਮ ਦੀ ਅਰਾਧਨਾ ਕਰਦੇ ਆ। ਕਿੱਥੇ? ਚਿੱਤ ਵਿੱਚ, ਜੁਆਨ ਤੇ ਸੁਰਤ 'ਚ। ਨਾਮ ਵਿਖਾਣਾ ਹੈ ਤੇ ਉਹ ਨਾਮ ਨੂੰ ਹੀ ਵੇਖਦੇ ਆ ਸਾਰੇ ਪਾਸੇ। ਹਰ ਨਾਮੇ ਹੀ ਮਨ ਰਾਤਾ, ਹਰੀ ਦੇ ਨਾਮ ਨੂੰ ਹੀ ਵੇਖਦੇ ਆ, ਹਰੀ ਦੇ ਨਾਮ ਨੂੰ ਹੀ ਆਰਾਧਦੇ ਆ। ਹਰੀ ਨਾਮ ਦੇ ਵਿੱਚ ਹੀ ਮਨ ਰਤਿਆ ਹੋਇਆ, ਉਹਦੇ ਰੰਗਾਂ 'ਚ ਰੰਗਿਆ ਹੋਇਆ। ਉਹ ਕਰਤਾ ਪੁਰਖ, ਉਹ ਪਾਰ ਬ੍ਰਹਮ, ਉਹ ਹਰੀ, ਉਹ ਪਰਮਾਤਮਾ, ਉਹ ਸ੍ਰੀ ਧਰੋ ਵਿਸ਼ਨੂੰ, ਜਿਹਨੂੰ ਹਰ ਵੇਲੇ ਚੇਤੇ ਰੱਖਦੇ ਆ। ਉਹਨਾਂ ਦੀ ਸੋਚ ਸੁਣ ਕੇ ਮਹਾਰਾਜ ਕਹਿੰਦੇ ਚੰਗਾ ਲੱਗਦਾ। ਤੇ ਹਰੀ ਨਾਮ ਦੇ ਵਿੱਚ ਹੀ ਜਿਨ੍ਹਾਂ ਨੇ ਮਨ ਬਿਲਕੁਲ ਰਤਿਆ ਹੋਇਆ, ਉਹਦੇ ਰੰਗਾਂ 'ਚ ਰਹਿੰਦੇ ਆ। ਸੇਵਕ ਜਨ ਕੀ ਸੇਵਾ ਮੰਗੈ, ਪੂਰਾ ਕਰਮ ਕਮਾਵਾ। ਕਹਿੰਦੇ ਜਿਹੜਾ ਸੇਵਕ ਆ ਨਾ, ਜਿਹਦੇ ਸਮਝ ਪੈਂਦੀ ਆ ਕਿ ਕਰਤੇ ਦੀਆਂ ਜਿਹੜੀਆਂ ਸੈਟਿੰਗਾਂ ਇਸ ਤਰ੍ਹਾਂ ਹੁੰਦੀਆਂ ਕਿ ਜਦੋਂ ਇਹ ਆਪਣੇ ਵੱਲ ਤੁਰਦੀਆਂ ਤੇ ਆਪਣੇ ਤੇ ਇਹਨਾਂ ਨੇ ਡਾਊਨਲੋਡ ਹੋਣਾ ਹੁੰਦਾ, ਸਭ ਤੋਂ ਸੌਖੀਆਂ ਤੇ ਸਭ ਤੋਂ ਛੇਤੀ ਤੇ ਜਲਦੀ ਉਹਦੇ ਹੁੰਦੀਆਂ ਜਿਹੜਾ ਸੇਵਕ ਭਾਵ 'ਚ ਰਹਿੰਦਾ, ਜਿਹੜਾ ਨਿਮਰਤਾ 'ਚ ਰਹਿੰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਡਾਊਨ ਟੂ ਅਰਥ। ਬਹੁਤ ਵੱਡੀਆਂ ਹਸਤੀਆਂ ਇਹ ਜਿਹੀਆਂ ਜਿਹੜੇ ਰਹਿੰਦੇ ਬਿਲਕੁਲ ਲੋਕ ਆਮ ਜੀਵਨ 'ਚ। ਸੇਵਕ ਜਨ ਕੀ ਸੇਵਾ ਮੰਗੈ, ਸੇਵਾ ਭਾਵ ਜਦੋਂ ਆ ਗਿਆ, ਫਿਰ ਸੇਵਕ ਇਹ ਨਹੀਂ ਦਿੰਦਾ ਮੈਂ ਸੇਵਾ ਕਰ ਕਿਹਦੀ ਰਿਹਾ, ਉਹਦੇ ਲਈ ਸਾਰੇ ਹੀ ਭਗਵਾਨ ਹੈ। ਕਬੀਰ ਜੀ ਦਾ ਇੱਥੋਂ ਤੱਕ ਉਦਾਹਰਨ ਜਦੋਂ ਆਪਾਂ ਪੜ੍ਹਦੇ ਹਾਂ, ਐਂ ਲੱਗਦਾ ਵੀ ਆ ਵੀ ਯਾਰ ਅੱਛਾ। ਤੇ ਕੁੱਤਾ ਆ ਗਿਆ ਤੇ ਰੋਟੀ ਲੈ ਕੇ ਭੱਜ ਗਿਆ ਸਾਬੇ ਕੋਲੋਂ ਚੱਕ ਕੇ। ਕਬੀਰ ਜੀ ਘਿਓ ਵਾਲੀ ਕੌਲੀ ਚੱਕੀ ਮਗਰੇ ਮਗਰ। ਉਹ ਰਾਮ ਜੀ ਰੁਕ ਜਾਓ, ਹਲੇ ਤਾਂ ਚੋਪੜੀ ਨਹੀਂ ਸੀ। ਉਹ ਰਾਮ ਜੀ ਕਰੋ ਕਿਰਪਾ, ਰੁਕੋ। ਉਹ ਹਰੀ ਮੇਰਿਆ, ਉਹ ਚੋਪੜ ਕੇ ਤਾਂ ਖਾ ਲੈਂਦਾ, ਤੂੰ ਐਂ ਕਿਉਂ ਲੈ ਗਿਆ? ਕੀ ਅਵਸਥਾ ਐਂਡ ਹੈ ਇਹ। ਤਾਣਾ ਬੁਣਨਾ, ਕੱਪੜਾ ਤਿਆਰ ਕਰ ਦੇਣਾ, ਅੱਖਾਂ ਚੱਖਾਂ ਪਾ ਕੇ ਕਹਿਣਾ ਅਗਲੇ ਨੂੰ ਰਾਮ ਜੀ ਤੁਹਾਡੀ ਖਾਤਰ ਹੀ ਬਣਾਇਆ, ਬੜੇ ਪਿਆਰ ਨਾਲ ਬਣਾਇਆ। ਰਾਮ ਜੀ ਪਹਿਨ ਕੇ ਵੇਖੋ, ਮੇਰੇ ਭਗਵਾਨ ਪਹਿਨੋ ਪ੍ਰਭੂ। ਐਡੀਆਂ ਉੱਚੀਆਂ ਵਸਤਾਂ ਦੇ ਮਾਲਕ ਕਿਵੇਂ ਵਿਚਰਦੇ ਆ, ਇਹ ਸੇਵਕ ਨੂੰ ਸਮਝ ਆਉਂਦਾ। ਜਿਵੇਂ ਕਿਤੋਂ ਮਿੰਨੀ ਜੀ ਆਵਾਜ਼ ਆਉਂਦੀ ਹੋਵੇ, ਅਸੀਂ ਜਿਹੜੇ ਪਾਸਿਓਂ ਆ ਰਹੀ ਆ ਸਾਰਾ ਕੁਛ ਬੰਦ ਕਰਕੇ ਕੰਨ ਲਾਉਣੇ ਆ ਬਿਲਕੁਲ ਉਹ ਚੀਜ਼ ਨਾਲ, ਤੇ ਸਾਨੂੰ ਸਮਝ ਪੈ ਜਾਂਦੀ ਹੈ। ਇਵੇਂ ਜਿਵੇਂ ਜਿਹੜਾ ਸੇਵਕ ਭਾਵ ਆ ਨਾ, ਇਹ ਰਾਜੇ 'ਚ ਵੀ ਹੋ ਸਕਦਾ, ਆਮ 'ਚ ਵੀ ਹੋ ਸਕਦਾ, ਤੇ ਕਈ ਵਾਰੀ ਆਮ ਤੋਂ ਆਮ ਵੀ ਹੋਵੇ ਜਿਹਦੇ ਕੁਛ ਵੀ ਪੱਲੇ ਨਹੀਂ, ਸੇਵਕ ਭਾਵ ਨਹੀਂ ਉਹ ਤੋਂ ਬਣਾਇਆ ਜਾਂਦਾ। ਆਕੜ, ਕੁਰੱਖਤ, ਜੜ ਬੁੱਧੀ ਅੱਗੇ ਆ ਜਾਂਦੀ ਹੈ। ਇਹ ਭਾਵ ਬੜਾ ਵੱਡਾ ਤੇ ਉੱਚਾ ਸੇਵਾਦਾਰ ਬਣਨਾ। ਸੇਵਕ, ਸੇਵਕ ਜਨ ਕੀ ਸੇਵਾ ਮੰਗੈ। ਸੇਵਾ ਕਿਹਦੀ ਮੰਗਦਾ? ਉਹ ਜਿਹੜੇ ਜਿਨ੍ਹਾਂ ਦੀ ਸ਼ੋਏ ਮਿਲਦੀ ਹੈ ਕਿ ਇਹ ਆਰਾਧਦੇ ਆ, ਜਿਹੜੇ ਉਹਦੇ ਜਾਣ ਹੈ, ਜਿਨ੍ਹਾਂ ਨੇ ਆਪਣਾ ਆਪਾ ਉਹਨੂੰ ਜਾਣਨ 'ਤੇ ਲਾਇਆ ਹੋਇਆ, ਤੇ ਜਾਂ ਜਿਹਨੂੰ ਜਾਣ ਚੁੱਕੇ ਆ, ਜਿਹੜੇ ਪਿਆਰ ਦੇ ਧਰਮ ਦੂਤ ਆ। ਸੇਵਕ ਜਨ ਕੀ ਸੇਵਾ ਮੰਗੈ, ਪੂਰਾ ਕਰਮ ਕਮਾਵਾ। ਤੇ ਉਹ ਪੂਰੇ ਆਪਦੇ ਜਿਹੜਾ ਕਰਮ ਹੈ, ਜਿੰਨਾ ਚਿਰ ਅਸੀਂ ਸੋਚਦੇ ਹਾਂ ਉਹ ਸੋਚ ਆ, ਉਹਨਾਂ ਚਿਰ ਜਦੋਂ ਅਸੀਂ ਕਰਨਾ ਸ਼ੁਰੂ ਕਰਤਾ ਉਹ ਕਰਮ ਆ, ਤੇ ਉਹਦੀ ਕਰਮਾਂ ਦੀ ਉਹ ਕਮਾਈ ਕਰਦਾ, ਉਹਦੀ ਦਿੱਤੀ ਮਿਹਰ ਦੀ ਉਹ ਕਮਾਈ ਕਰਦਾ। ਉਹ ਇਕੱਲਾ ਕਹਿੰਦਾ ਹੀ ਨਹੀਂ ਮੈਂ ਸੇਵਾ ਕਰੂੰ, ਉਹ ਕਰਦਾ। ਕੁਛ ਲਫ਼ਜ਼ ਅਸੀਂ ਹੌਲੀ ਸੋਚ ਕੇ ਨਾ ਪਤਾ ਲੱਗਦਾ। ਆਹ ਗੱਲ ਆਪਾਂ ਆਮ ਹੀ ਕਈ ਵਾਰੀ ਬੰਦੇ ਦੇ ਮੂੰਹ 'ਤੇ ਕਹਿ ਦਿੰਦੇ ਹਾਂ, ਕੀ ਕਰੇ ਯਾਰ ਇਹਦੇ ਵਿਚਾਰੇ ਦੇ ਕਰਮ ਹੀ ਬਾਹਲੇ ਮਾੜੇ ਆ। ਅਸਲ 'ਚ ਆਪਾਂ ਉਹਨੂੰ ਕਹਿ ਪਤਾ ਕੀ ਰਹੇ ਹਾਂ, ਆਪਾਂ ਕਹਿ ਉਹਨੂੰ ਇਹ ਰਹੇ ਹਾਂ ਕਿ ਤੇਰੀ ਹਾਲਤ ਜਿਹੇ ਜਿਹੀ ਵੀ ਹੈਗੀ, ਇਸ ਕਰਕੇ ਤਾਂ ਤੂੰ ਜਿਹੜੇ ਕੰਮ ਕਰਦਾ ਨਾ, ਜਿਹੜੀਆਂ ਕਰਤੂਤਾਂ ਕਰਦਾ ਉਹ ਮਾੜੀਆਂ। ਪਰ ਇਹ ਇਹੋ ਜਿਹੇ ਢੰਗ ਦਾ ਲਫ਼ਜ਼ ਬਣ ਚੁੱਕਿਆ ਸਮਾਜ 'ਚ, ਤੁਸੀਂ ਜਿਹਨੂੰ ਮਰਜ਼ੀ ਕਰੇ ਤੇ ਉਹ ਗੁੱਸਾ ਨਹੀਂ ਬਣਦਾ। ਉਹਨੂੰ ਐਂ ਲੱਗਦਾ ਵੀ ਕਿਸੇ ਹੋਰ ਨੇ ਕੋਈ ਬੈਠਾ ਹੈ ਜਿਹਨੇ ਮੈਨੂੰ ਦੇਖ ਰਿਹਾ, ਮੇਰੀ ਬਹੀ ਖਾਤਾ, ਅਤੇ ਉਹਨੇ ਕਰਮ ਮੇਰੇ ਮਾੜੇ ਲਿਖੇ ਵੇ ਆ। ਕਰਮ ਮਾੜੇ ਲਿਖਤਾਂ 'ਚ ਨਹੀਂ ਹੁੰਦੇ, ਕਰਮ ਮਾੜੇ ਕਰਨੇ ਪੈਂਦੇ ਆ। ਕਰਮ ਚੰਗੇ ਵੀ ਲਿਖਤਾਂ 'ਚ ਨਹੀਂ ਹੁੰਦੇ, ਕੰਮ ਕਰਨੇ ਪੈਂਦੇ ਆ ਚੰਗੇ।
ਜਦੋਂ ਕਹਿਣ ਤੋਂ ਬਾਅਦ ਅਸੀਂ ਕਹਿਣ ਵਾਲੀ ਗੱਲ ਨੂੰ ਅਮਲੀ ਜਾਮਾ ਪਹਿਨਾ ਦਿੰਦੇ ਹਾਂ ਤਾਂ ਉਹ ਕਰਮ ਬਣ ਕੇ ਸਾਡੇ ਨਾਲ ਤੁਰ ਪੈਂਦੀ ਹੈ। ਸੇਵਕ ਜਨ ਕੀ ਸੇਵਾ ਮੰਗਾ ਪੂਰਾ ਕਰਮ ਕਮਾਵਾ। ਉਹ ਇਹਦੀ ਕਮਾਈ ਕਰਦਾ, ਚੜ੍ਹਦੀ ਕਲਾ 'ਚ ਵਿਚਰਦਾ, ਨਿਰੰਕਾਰ ਦੇ ਵਰਸਾਇਆ ਹੋਇਆਂ ਦੀ, ਗੁਰੂ ਦੇ ਵਰਸਾਇਆ ਹੋਇਆਂ ਦੀ ਸੇਵਾ ਕਰਕੇ ਝੋਲੀਆਂ ਭਰਦਾ। ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਣ ਦੇਖਣ ਪਾਵਾਂ। ਕਹਿੰਦੇ ਫਿਰ ਬੇਨਤੀ ਕੀ ਆ? ਨਾਨਕ ਦੇ ਨਾਮ ਦੀ ਮੋਹਰ ਲਾ ਕੇ ਪਾਤਸ਼ਾਹ ਕਹਿੰਦੇ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਣ ਦੇਖਣ ਪਾਵਾਂ। ਕਹਿੰਦੇ ਐਸੀ ਕਿਰਪਾ ਕਰ ਦੋ ਮੈਂ ਤੇਰੇ ਜੜਾਂ ਨੂੰ ਵੇਖਾਂ, ਮੈਂ ਦੇਖ ਸਕਾਂ। ਕਿਉਂਕਿ ਜਾਣਾ ਜਿਹੜਾ ਸਾਧੂ ਆ, ਜਾਗਿਆ ਹੋਇਆ, ਪਹੁੰਚਿਆ ਹੋਇਆ, ਉਹਨੂੰ ਵੇਖਣ ਵਾਲੀ ਵੀ ਇੱਕ ਨਜ਼ਰ ਤੇ ਨਜ਼ਰ ਚਾਹੀਦੀ ਆ ਨਾ। ਅਸੀਂ ਪਹਿਚਾਣ ਨਹੀਂ ਸਕਦੇ। ਤੇ ਸਤਿਗੁਰੂ ਮੰਗ ਕੀ ਰਹੇ ਨਿਰੰਕਾਰ ਤੋਂ? ਕਹਿੰਦੇ ਇਹ ਵੀ ਦ੍ਰਿਸ਼ਟੀ ਬਖਸ਼ ਦੇ ਬਾਦਸ਼ਾਹ, ਉਹ ਅੱਖ ਵੀ ਦੇ ਦੇ ਮੈਨੂੰ। ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਣ ਦੇਖਣ ਪਾਵਾਂ। ਜਿਹੜੇ ਤੈਨੂੰ ਚਾਹੁਣ ਵਾਲੇ, ਤੇਰੇ ਪਿਆਰੇ, ਤੇਰੇ ਜਣ ਹੈ, ਉਹਨਾਂ ਨੂੰ ਮੈਂ ਵੇਖ ਸਕਾਂ, ਉਹਨਾਂ ਨੂੰ ਮੈਂ ਜਾਣ ਸਕਾਂ। ਫੇਰ ਹੀ ਸੇਵਾ ਕਰਾਂਗੇ ਨਾ, ਜਦੋਂ ਪਹਿਚਾਣ ਆ ਜੇ, ਸਾਨੂੰ ਪਤਾ ਲੱਗੇ। ਬੜ ਭਾਗੀ ਸੇ ਕਾਢੀ ਹੈ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ। ਕਹਿੰਦੇ ਇਹ ਸੰਸਾਰ ਦੇ ਵਿੱਚ ਵੱਡੇ ਭਾਗਾਂ ਵਾਲੇ ਵਿਨਰ ਕੌਣ ਆ? ਜੇ ਆਪਾਂ ਕੱਢਣੇ ਹੁਣ ਜੇਤੂ, ਦੁਨੀਆ ਦੇ ਜਰਨੈਲ, ਦੁਨੀਆ ਦੇ ਜੇਤੂ ਕੌਣ ਹੈ? ਬੜ ਭਾਗੀ ਸੇ ਕਾਢੀ ਹੈ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ। ਜਿਨ੍ਹਾਂ ਦਾ ਸੰਤਾਂ ਦੀ ਸੰਗਤ ਦੇ ਵਿੱਚ ਵਾਸ ਹੈ। ਕੋਈ ਆਏ ਨਹੀਂ ਹੈ ਸਰੀਰਕ ਤੌਰ 'ਤੇ ਅਸੀਂ ਕਿਸੇ ਗਰੁੱਪ 'ਚ ਤੁਰੇ ਫਿਰੀਏ ਸੰਤ ਮੰਨ ਕੇ, ਨਹੀਂ। ਜਿਹੜੀ ਸੰਤਾਂ ਦੀ ਦ੍ਰਿਸ਼ਟੀ ਹੈ, ਸੰਤਾਂ ਦੇ ਭਾਵ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਗੁਰੂਆਂ ਪੀਰਾਂ ਸੰਤਾਂ ਦੀ ਹੈ, ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਹੈ। ਉਹ ਬਾਣੀ ਦੇ ਅਨੁਸਾਰ ਚਿੱਤ 'ਚ ਚਿੰਤਨ ਚੱਲਦਾ ਰਹੇ, ਉਹੀ ਧਿਆਈ ਜਾਈਏ, ਉਹੀ ਜਪੀਏ, ਉਹੀ ਪੜ੍ਹੀਏ, ਉਹੀ ਜਾਣੀਏ। ਸਤਿਗੁਰੂ ਨੂੰ ਬੇਨਤੀ ਕਰੀਏ ਕਿ ਮਹਾਰਾਜ ਕਰੋ ਕਿਰਪਾ, ਤੇਰੇ ਜਣਾਂ ਨੂੰ ਵੇਖ ਸਕੀਏ। ਅਤੇ ਜੇ ਫਿਰ ਜਦੋਂ ਹੀ ਸਾਡੇ ਕੋਲੇ ਟਾਈਮ ਬਣਦਾ, ਸਾਡੀ ਸੰਗਤ ਕਿਹਨਾਂ ਨਾਲ ਹੋਵੇ? ਸੰਤਾਂ ਨਾਲ। ਸੰਤ ਕੌਣ ਆ? ਜਿਨ੍ਹਾਂ ਨੇ ਆਪਣੇ ਆਪੇ ਨੂੰ ਜਾਣ ਲਿਆ, ਨਿਰੰਕਾਰ ਨੂੰ ਜਾਣ ਲਿਆ, ਉਹਦੇ ਨਿਯਮਾਂ ਨੂੰ, ਉਹਦੇ ਹੁਕਮ ਨੂੰ ਸਮਝ ਲਿਆ, ਸਾਨੂੰ ਸਮਝਾ ਸਕਦੇ ਆ। ਜਿਹੜਾ ਹੀ ਰਸਤਾ ਤੁਹਾਨੂੰ ਸੁੱਖ ਆਨੰਦ ਕਰਨੀ ਲੈ ਜੇ, ਗੁਰੂ ਕਿਰਪਾ ਦੁਆਰਾ ਤੁਹਾਨੂੰ ਸਮਝ ਪੈ ਜੇ, ਉਹ ਸੰਗਤ ਤੁਹਾਡੇ ਲਈ ਜੀਵਨ ਦਾਨ ਦੇਣ ਵਾਲੀ ਬਣ ਜਾਂਦੀ ਹੈ। ਬੜ ਭਾਗੀ ਸੇ ਕਾਢੀ ਹੈ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ। ਜਿਨ੍ਹਾਂ ਦਾ ਵਾਸ, ਜਿਨ੍ਹਾਂ ਦਾ ਨਿਵਾਸ, ਜਿਨ੍ਹਾਂ ਦਾ ਬਹਿਣ ਖਲੋਣ ਸੰਤਾਂ ਕੋਲ ਆ, ਉਹ ਧਨ ਹੈ, ਉਹ ਵੱਡੇ ਭਾਗਾਂ ਵਾਲੇ ਆ। ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨਾ ਹੋਵੈ ਪ੍ਰਗਾਸੋ। ਕਹਿੰਦੇ ਅਰਾਧਨਾ ਕਿਹਦੀ ਕਰਗੇ? ਉਹ ਅੰਮ੍ਰਿਤ ਨਾਮ ਦੀ, ਜਿਹੜਾ ਨਾਮ ਰਸ ਹੈ, ਜਿਹੜਾ ਆਤਮ ਰਸ ਹੈ ਅੰਦਰ, ਉਹਨੂੰ ਜਿਵੇਂ ਜਿਵੇਂ ਅਸੀਂ ਧਿਆਉਣੇ ਆ, ਨਿਰੰਕਾਰ ਦੇ ਦਰ ਦਾ ਜਿਹੜਾ ਚੱਲ ਰਿਹਾ ਨਾਦ ਹੈ, ਉਹਨੂੰ ਅਸੀਂ ਸੁਣਦੇ ਹਾਂ ਦਿਨੋਂ ਦਿਨ। ਜਿਵੇਂ ਜਿਵੇਂ ਬਾਣੀ ਪੜ੍ਹਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਸਾਡੀ ਬਿਰਤੀ ਨੇ ਉੱਚੀ ਹੁੰਦੀ ਜਾਣਾ। ਫਿਰ ਸਾਨੂੰ ਉਹ ਸੁਣਨਾ, ਫਿਰ ਉਹਦੀ ਆਰਾਧਨਾ ਚੱਲਣੀ ਅੰਦਰ। ਅੰਮ੍ਰਿਤ ਨਾਮ ਅਰਾਧੀ ਹੈ। ਅਤੇ ਉਹਦੇ ਲਈ ਆਪਦੇ ਆਪ ਨੂੰ ਇੱਕ ਸੇਧ 'ਚ ਰੱਖਣਾ ਪੈਂਦਾ। ਬਹੁਤ ਕੁਛ ਹੈ ਜਿਹੜਾ ਸੁੱਤੋਂ ਸੁੱਟ ਜਾਂਦਾ ਆਪਣੇ ਆਪ ਹੀ। ਜਦੋਂ ਪਤਾ ਤੁਹਾਨੂੰ ਇਹ ਲੱਗ ਜੇ ਨਾ ਕਿ ਆਹ ਜਿਹੜੇ ਵਚਨ ਆਪਾਂ ਸੁਣਦੇ ਹਾਂ, ਜਾਂ ਆਪਾਂ ਕੋਈ ਆਮ ਜਿਹੜੀਆਂ ਹੁੰਦੀਆਂ ਉਹ ਸੁਣਦੇ ਹਾਂ TV ਤੋਂ, ਅਖਬਾਰਾਂ ਤੋਂ, ਹੋਰ ਤੋਂ, ਉਹ ਵੀ ਜਾ ਕੇ ਜਿਹੜੇ ਪੜ੍ਹੀ ਹੋਈ ਬਾਣੀ ਆ, ਸੁਣੇ ਹੋਏ ਚੰਗੇ ਸ਼ਬਦ ਆ, ਉਹਨਾਂ ਦੇ ਵਿੱਚ ਕੋਲ ਮਿਲ ਜਾਂਦੀ ਹੈ ਅਤੇ ਉਹ ਦਾਬ ਪਾਉਂਦੀ ਆ, ਬਿਜਲੀ ਮਨ ਨੂੰ ਚੱਕ ਕੇ ਲਿਜਾਂਦੀ ਹੈ ਗਲਤ ਪਾਸੇ। ਰੜਕ ਰੜਕਈਆ ਚੱਲਦਾ, ਉਹ ਸਹੀ ਚੀਜ਼ ਨਹੀਂ ਨਿਕਲਦੀ, ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਆਪਣੇ ਆਪ ਸਮਝ ਵੱਧਦੀ ਆ ਕਿ ਐਸੀਆਂ ਗੱਲਾਂ ਮੈਂ ਨਾ ਕਰਾਂ, ਨਾ ਸੁਣਾ ਜਿਹੜੀਆਂ ਅਪਸੈਟ ਕਰਦੀਆਂ। ਐਸੇ ਲੋਕਾਂ ਕੋਲ ਨਾ ਖੜਾ ਜਿਨ੍ਹਾਂ ਦੀ ਪ੍ਰੈਜੈਂਸ 'ਚ ਖੜ ਕੇ ਚਿੱਤ ਭੈੜਾ ਹੋ ਜਾਂਦਾ। ਜਿਵੇਂ ਜਿਵੇਂ ਬੰਦਾ ਸਾਧਕ ਬਣਦਾ ਹੈ, ਸੇਵਕ ਬਣਦਾ, ਉਹਦੇ ਨਿਯਮ ਆਪਣੇ ਆਪ ਹੀ ਬਣਦੇ ਜਾਂਦੇ ਆ। ਉਹਦੀ ਫਾਲਤੂ ਵਾਲੀ ਸੰਗਤ ਘਟਦੀ ਜਾਂਦੀ ਹੈ, ਜਿੱਥੇ ਕੁਛ ਹੈ ਉਹ ਵੱਧਦੀ ਜਾਂਦੀ ਹੈ। ਦਿਨੋਂ ਦਿਨ ਉਹਨੂੰ ਆਪਣੇ ਆਪ ਫਰਕ ਮਹਿਸੂਸ ਹੁੰਦੇ ਆ।
ਅੰਮ੍ਰਿਤ ਨਾਮ ਅਰਾਧੀ ਹੈ, ਨਿਰਮਲ ਮਨ ਹੋਵੈ ਪ੍ਰਗਾਸੋ। ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਮਨ ਨਿਰਮਲ ਹੋ ਜਾਂਦਾ। ਪਹਿਲਾਂ ਮਨ ਦੇ ਵਿੱਚ ਇਹ ਜੇ ਆਮ ਜੀ ਗੱਲ ਹੈ, ਜੋ ਪੜ੍ਹਾ ਸੁਣਾਂਗੇ ਉਹ ਚੱਲੂਗਾ। ਤੜਕੇ ਉੱਠਣ ਸਾਰ 5-4 ਗੀਤ ਸੁਣ ਲਓ ਜਿਹੜੇ ਮਰਜ਼ੀ, ਸਾਰਾ ਦਿਨ ਉਹੀ ਚੱਲਣਗੇ। ਖਬਰਾਂ ਹਾਦਸੇ ਸੁਣ ਲਓ, ਉਹ ਚੱਲਣਗੇ। ਸਾਨੂੰ ਇਹ ਜਾਣਨਾ ਪੈਣਾ ਕਿ ਜਿਹੜੀਆਂ ਚੀਜ਼ਾਂ 'ਚ ਮੈਂ ਕੁਛ ਕਰ ਹੀ ਨਹੀਂ ਸਕਦਾ, ਜਿਨ੍ਹਾਂ ਨਾਲ ਮੇਰਾ ਮਤਲਬ ਹੀ ਨਹੀਂ, ਮੈਂ ਕਿਉਂ ਸੁਣਦਾ। ਮੈਂ ਆਪਣੀਆਂ ਕਰੋੜਾਂ ਅਰਬਾਂ ਦੀ ਊਰਜਾ, ਆਹ ਟਾਈਮ, ਇਹਨਾਂ ਚੀਜ਼ਾਂ ਨੂੰ ਕਿਉਂ ਦਿੰਦਾ। ਉਸੇ ਜੇ ਸਾਡੇ ਕੋਲ ਸਪੇਸ ਹੈਗੀ ਸਾਡੀ ਬੁੱਧੀ 'ਚ, ਉਹ ਗਲਤ ਚੀਜ਼ਾਂ ਭਰਨ ਦੀ ਬਜਾਏ ਅਸੀਂ ਚੰਗੀਆਂ ਭਰ ਸਕਦੇ ਹਾਂ। ਉਹ ਚੰਗੀਆਂ ਨੂੰ ਜਦੋਂ ਸਾਡਾ ਮਨ ਚੱਕ ਲਿਆਊ, ਚਿੰਤਨ ਕਰੂ, ਮੰਨਣ ਕਰੂਗਾ, ਉਹਨੂੰ ਅੰਮ੍ਰਿਤ ਮਿਲਣਾ, ਹਰੀ ਰਸ ਮਿਲਣਾ। ਇਹ ਆਪਣੇ ਆਪ ਹੀ ਇੱਕ ਮਰਜ਼ਾਦਾ ਸਾਡੀ ਖੁਦ ਹੀ ਬਣ ਜਾਂਦੀ ਹੈ। ਅੰਮ੍ਰਿਤ ਨਾਮ ਅਰਾਧੀਐ, ਨਿਰਮਲ ਮਨਾ ਹੋਵੈ ਪ੍ਰਗਾਸੋ। ਮਨ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਪ੍ਰਕਾਸ਼, ਇੱਕ ਸਮਝ, ਇੱਕ ਵੱਖਰੀ ਤਰ੍ਹਾਂ ਦੀ ਇੱਕ ਲੈ ਅਤੇ ਆਨੰਦ ਸ਼ੁਰੂ ਹੋ ਜਾਂਦਾ, ਜਿੱਦੇ ਤੋਂ ਸਹੀ ਸਾਧੂ ਸੰਤ ਗੁਰੂ ਟੱਕਰ ਜਾਂਦਾ। ਅੱਗੇ ਫਿਰ ਵਾਪਰਦਾ ਕਿਵੇਂ? ਮਹਾਰਾਜ ਕਹਿੰਦੇ, ਜਨਮ ਮਰਨ ਦੁੱਖ ਕਾਟੀਐ ਪਿਆਰੇ, ਚੂਕੈ ਜਮ ਕੀ ਕਾਣੇ। ਸਮਝ ਪੈ ਜਾਂਦੀ ਆ ਕਿ ਮੈਂ ਇਹ ਚੱਕਰ 'ਚ ਪਿਆ ਹੀ ਕਿਉਂ ਸੀ। ਇਹ ਜਨਮ ਮਰਨ ਦਾ ਜਿਹੜਾ ਚੱਕਰ ਆ ਨਾ, ਇਹਦੇ 'ਚ ਮੈਂ ਹਾਂ ਕਿਉਂ, ਇਹ ਗੱਲ ਦਾ ਪਤਾ ਲੱਗਦਾ। ਫਿਰ ਸਤਿਗੁਰੂ ਇਹ ਸੋਝੀ ਦੇ ਦਿੰਦਾ ਕਿ ਜਿਹੜੀ ਤੂੰ ਆ ਲੜੀ ਨਾ ਲੜੀ, ਜੋੜੀ ਜਾਂਦਾ ਕੜੀ, ਇਹ ਕੜੀ ਦੇ ਕਾਰਨ ਇਹ ਜੰਜੀਰ ਤੈਨੂੰ ਖਿੱਚਦੀ ਹੈ। ਤੂੰ ਜੰਜੀਰ ਪੱਕੀ ਕਰੀ ਜਾਂਦਾ। ਸਰੀਰ ਇੱਕ ਦਿਨ ਤੇਰੇ ਕੋਲ ਰਹਿੰਦਾ ਨਹੀਂ। ਤੇਰੇ ਸੂਖਮ ਸਰੀਰ ਨੂੰ, ਤੇਰੀ ਚੇਤਨ ਸੱਤਾ ਨੂੰ ਇਹ ਜੰਜੀਰ ਖਿੱਚ ਕੇ ਦੂਸਰੇ ਗਰਭ 'ਚ ਲੈ ਜਾਂਦੀ ਹੈ। ਅਤੇ ਗੁਰੂ ਤੈਨੂੰ ਉਹ ਜੰਜੀਰ ਨੂੰ ਕੱਟਣਾ ਸਿਖਾਉਂਦਾ, ਕੱਟ ਆਫ। ਧਿਆਨ ਇਹੀ ਗੱਲ ਦਾ, ਧਿਆਨ ਹੋਰ ਕੁਛ ਨਹੀਂ। ਧਿਆਨ ਦਾ ਮਤਲਬ ਹੀ ਹੈ ਕਿ ਤੁਸੀਂ ਉਹ ਸਟੇਟ 'ਚ ਦਾਖਲ ਹੋ ਜਾਂਦੇ ਹੋ ਜਿੱਥੇ ਜੰਜੂਰਾਂ ਪਿੱਛੇ ਹੀ ਰਹਿ ਜਾਂਦੀਆਂ। ਤੁਸੀਂ ਇੱਕ ਵਾਰੀ ਆਜ਼ਾਦੀ ਦਾ ਅਨੁਭਵ ਕਰ ਲਿਆ ਨਾ, ਕਿਸੇ ਵੀ ਤਰ੍ਹਾਂ ਹੀ ਕਰ ਲਿਆ। ਕਈ ਵਾਰੀ ਚਾਣਚੱਕ ਹੀ ਹੋ ਜਾਂਦਾ ਹੁੰਦਾ, ਇਹੋ ਜਿਹੀ ਕਿਰਪਾ ਹੁੰਦੀ ਹੈ। ਉਸ ਤੋਂ ਬਾਅਦ ਫਿਰ ਉਹ ਵਿੱਥ ਪਈ ਵੀ ਹੈ ਜਿਹੜੀ ਤੁਹਾਡੀ ਚੇਤਨਾ ਰਲਦ ਨਹੀਂ ਦਿੰਦੀ। ਫਿਰ ਤੁਸੀਂ ਆਪਣੇ ਆਪ ਨੂੰ ਕਰੀ ਜੋ ਖੜਾ ਛੁੱਟ ਗਿਆ। ਜਿਹੜੀਆਂ ਦੇਵ ਰੂਹਾਂ, ਚੰਗੇ ਲੋਕ ਆ, ਤੁਸੀਂ ਉਹਨਾਂ ਬੰਦੇ ਨੂੰ ਭੱਜ ਲੈਂਦੇ, ਉਹਨਾਂ ਦੇ ਹੱਥ 'ਚ ਹੱਥ ਆ ਜਾਂਦਾ। ਫਿਰ ਪਿੱਛੇ ਤੋਂ ਜੇ ਤੁਹਾਡੇ ਕੋਈ ਝੁੱਗੇ ਖਿੱਚਦਾ ਵੀ ਹੈ, ਕਰਦਾ ਵੀ ਹੈ, ਉਹ ਹੌਲੀ ਹੌਲੀ ਪਿੱਛੇ ਆਪ ਹੀ ਰਹਿ ਜਾਂਦੇ ਆ, ਜਾਂ ਝੁੱਗਾ ਜੀ ਪਾੜ ਜਾਂਦਾ, ਉਹ ਖੜੇ ਛੁੱਟ ਜਾਂਦੇ ਆ। ਜਨਮ ਮਰਨ ਦੇ ਚੱਕਰ ਦੀ ਕਲੀਅਰ ਕੱਟ ਪਤਾ ਲੱਗ ਜਾਂਦਾ ਕਿ ਇਹ ਕਾਰਨ ਕੀ ਬਣਦਾ। ਅਸੀਂ ਕੋਈ ਨਾ ਕੋਈ ਚੀਜ਼ ਛੱਡ ਆਉਣੇ ਆ ਪਿੱਛੇ, ਜਿਹਦਾ ਕਰਕੇ ਸਾਨੂੰ ਗੇੜਾ ਮਾਰਨਾ ਪੈਂਦਾ। ਅਸੀਂ ਕਿਤੇ ਜਾਣਾ, ਪੂਰੀ ਤਿਆਰੀ ਕਰਕੇ ਅਸੀਂ ਆਪਣੀ ਉੱਪਰਲੀ ਮੰਜ਼ਿਲ ਤੋਂ ਥੱਲੇ ਜਾ ਕੇ ਗੱਡੀ ਕੋਲ ਗਏ ਕਿ ਚੱਲੀਏ, ਪਰ ਉੱਥੇ ਜਾ ਕੇ ਇੱਕ ਚੱਕਰ ਪੈ ਗਿਆ ਕਿ ਚਾਬੀ ਤਾਹਾਂ ਫੇਰ ਰਹੇਗੀ। ਫਿਰ ਚਿੱਤ ਕਿੰਨਾ ਔਖਾ ਹੁੰਦਾ ਵੀ ਯਾਰ ਆਹ ਕੀ ਬਣ ਗਿਆ। ਫਿਰ ਵਾਪਸ ਗੇੜਾ ਪੈ ਗਿਆ ਨਾ। ਕਿਉਂ ਪਿਆ? ਕਿਉਂਕਿ ਉਹ ਚਾਬੀ ਰਹਿ ਗਈ ਸੀ। ਇਸੇ ਤਰ੍ਹਾਂ ਜਦੋਂ ਕੋਈ ਚੀਜ਼ ਪਿੱਛੇ ਤੁਸੀਂ ਛੱਡ ਦਿੰਦੇ ਹੋ, ਆਪਣੀ ਚੇਤਨਾ ਦਾ ਹਿੱਸਾ, ਤਾਂ ਸਾਨੂੰ ਜਨਮ ਮਰਨ ਦਾ ਚੱਕਰ ਪੈਂਦਾ। ਇਹ ਚਲੋ ਮਹਾਰਾਜ ਕਿਰਪਾ ਕਰਨ, ਜਿਵੇਂ ਜਿਵੇਂ ਅੱਗੇ ਗੱਲ ਆਊਗੀ ਆਪਾਂ ਕਰਿਆ ਕਰਾਂਗੇ। ਜਨਮ ਮਰਨ ਦੁੱਖ ਕਾਟੀਐ ਪਿਆਰੇ, ਚੂਕੈ ਜਮ ਕੀ ਕਾਣੇ। ਇਹਨੂੰ ਐਂ ਵੀ ਸਮਝਿਆ ਜਾ ਸਕਦਾ ਕਿ ਸਾਨੂੰ ਪੇਟ ਭਰਨ ਖਾਤਰ ਪੈਸਾ ਚਾਹੀਦਾ, ਰੋਜੀ ਰੋਟੀ ਚਾਹੀਦੀ ਆ। ਅਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਹਾਂ, ਅਸੀਂ ਉਹਨਾਂ ਦੀਆਂ ਝਿੜਕਾਂ ਵੀ ਸਹਿੰਦੇ ਹਾਂ, ਬੌਸ ਦੀ ਧੌਂਸ ਵੀ ਸਹਿੰਦੇ ਹਾਂ, ਬੁਰਾ ਭਲਾ ਵੀ ਸਹਿੰਦੇ ਹਾਂ। ਕਾਹਦਾ ਕਰਕੇ? ਕਿਉਂਕਿ ਸਾਨੂੰ ਲੱਗਦਾ ਕਿ ਸਰਦਾ ਨਹੀਂ ਇਸ ਗੱਲ ਬਿਨਾਂ, ਇੱਥੋਂ ਸੈਲਰੀ ਮਿਲਦੀ, ਉਹਦੇ ਨਾਲ ਪਰਿਵਾਰ ਪਲਦਾ। ਪਰ ਤੁਹਾਨੂੰ ਕੋਈ ਇਹੋ ਜਿਹਾ ਹਿਸਾਬ ਆ ਗਿਆ, ਤੁਹਾਡਾ ਸਿਸਟਮ ਸੈੱਟ ਹੋ ਗਿਆ ਕਿ ਤੁਹਾਨੂੰ ਉਦੋਂ ਦੁੱਗਣੀ ਆਮਦਨ ਕਿਸੇ ਹੋਰ ਪਾਸੇ ਆਉਣੀ ਸ਼ੁਰੂ ਹੋ ਗਈ। ਅਤੇ ਉਹਦੇ ਤੁਹਾਡਾ ਕੀ ਹੋਇਆ? ਤੁਸੀਂ ਅਸਤੀਫਾ ਲਿਖਿਆ, ਡੱਚ ਦੇ ਹੱਥ 'ਚ ਫੜਾਤਾ। ਜਿੱਦੇ ਅਸਤੀਫਾ ਲਿਖਣ ਬਾਰੇ ਸੋਚ ਹੀ ਲਿਆ ਸੀ, ਮੰਨ ਲਓ ਕਿ ਮੈਂ ਆਉਂਦੇ 1 ਮਹੀਨੇ ਨੂੰ ਨੌਕਰੀ ਛੱਡ ਦੇਣੀ ਹੈ, ਉਹਦੇ ਤੋਂ ਤੁਹਾਡੇ ਤੌਰ ਬਦਲ ਜਾਣਗੇ। ਤੁਹਾਡਾ ਉੱਥੇ ਜਾਣਾ, ਤੋਰ, ਗੱਲਬਾਤ, ਜੇ ਕੋਈ ਬਹੁਤੇ ਰੋਹ ਨਾਲ ਗੱਲ ਕਰੂ, ਉਹ ਤੁਸੀਂ ਉਹਦੀ ਕਹਿ ਦੋਗੇ ਸੰਭਲ ਕੇ ਭਾਈ ਸਾਹਿਬ, ਮੈਨੂੰ ਇਹੋ ਜਿਹੀ ਨੌਕਰੀਆਂ ਦੀ ਲੋੜ ਨਹੀਂ। ਜੇ ਬਾਹਲੀ ਗੱਲਾਂ ਚੱਕ ਅਸਤੀਫਾ ਤਾਂ ਪਹਿਲੇ ਜੇਬ 'ਚ ਪਾਇਆ ਹੁੰਦਾ। ਫਿਰ ਗੱਲ ਹੀ ਹੋਰ ਬਣ ਜਾਂਦੀ ਹੈ, ਜਿੱਦੇ ਪਤਾ ਲੱਗ ਜਾਂਦਾ ਵੀ ਮੇਰੇ ਕੋਲ ਨਾਮ ਧਨ ਹੈਗਾ, ਮੇਰੇ ਗੁਰੂ ਨੇ ਮੈਨੂੰ ਰਸਤਾ ਦਿੱਤਾ। ਫਿਰ ਉਹ ਜਾਮੀ ਮੰਨ ਲਓ ਜਿਹੜੇ ਰੋਹ ਮਾਰਦੇ ਸੀ, ਬੌਸ ਸੀ ਤੁਹਾਡੇ, ਉਹਨਾਂ ਦੀ ਕਾਣ ਵੀ ਚੱਕੀ ਗਈ ਉਹਦੇ ਤੋਂ, ਅਤੇ ਤੁਸੀਂ ਚੱਕ ਕੇ ਅਸਤੀਫਾ ਠਾਹ ਮਾਰਿਆ, ਮੂੰਹ 'ਤੇ ਆ ਚੱਕੋ। ਫਿਰ ਤੁਸੀਂ ਗੇੜੇ ਦਿਓਗੇ ਉਹ ਕੰਪਨੀ 'ਚ, ਦੁਬਾਰੇ ਜਾਓਗੇ।
ਨਾ, ਗੇਟ ਮੂਹਰ ਦੀ ਵੀ ਨਹੀਂ ਲੰਘਦੇ। ਕਿਉਂ? ਕਿਉਂਕਿ ਉੱਥੋਂ ਜੋ ਮਿਲਦਾ ਸੀ ਉਦੋਂ ਦੁੱਗਣਾ ਇੱਜ਼ਤ ਨਾ, ਮਾਣ ਨਾ, ਸਤਿਕਾਰ ਨਾ ਆਉਣਾ ਸ਼ੁਰੂ ਹੋ ਗਿਆ। ਉਹਦੀ ਕਾਣ ਹੀ ਮੁੱਕ ਗਈ ਜੰਮਦੀ। ਜਨਮ ਮਰਨ ਦੁੱਖ ਘੱਟ ਹੀ ਹੈ, ਪਿਆਰੇ ਚੂਕਾ ਜਮ ਕੀ ਕਾਣੇ। ਆਉਣਾ ਜਾਣਾ ਹੀ ਮੁੱਕ ਗਿਆ ਉਹ ਕੰਪਨੀ 'ਚ। ਹੁਣ ਰਾਹ ਹੀ ਹੋਰ ਫੜ ਲਿਆ। ਰਾਹ ਹੀ ਇਹ ਜਾ ਕੇ ਸੇਵਾ ਕਰਦਿਆਂ ਹੀ ਆਮਦਨ ਹੁੰਦੀ ਆ, ਸੇਵਾ ਕਰਦਿਆਂ, ਸਿਮਰਨ ਕਰਦਿਆਂ ਹੀ ਪਰਿਵਾਰ ਦਾ ਵੀ ਚੱਲੀ ਜਾਂਦਾ ਅਤੇ ਆਪਣਾ ਵੀ ਚੱਲੀ ਜਾਂਦਾ। ਚੜ੍ਹਦੀ ਕਲਾ ਹੋ ਗਈ, ਗੁਰੂ ਨੇ ਰਾਹ ਦਿੱਤਾ। ਤਿੰਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਆਪਣੇ ਭਾਣੇ ਕਹਿੰਦੇ, ਹੇ ਨਾਨਕ, ਤਿੰਨਾਂ ਨੂੰ ਪ੍ਰਾਪਤੀ ਹੁੰਦੀ ਹੈ। ਤਿੰਨਾਂ ਪ੍ਰਾਪਤ ਦਰਸ਼ਨ, ਉਹ ਰਸਤਾ, ਉਹ ਆਉਣ ਜਾਣ ਵਾਲੀ ਇੱਕ ਮਿਕਤਾ ਦਾ ਰਾਹ, ਉਹ ਸਮਝ, ਉਹ ਗਿਆਨ ਅੰਜਨ ਪ੍ਰਾਪਤ ਕਿਹਨੂੰ ਹੁੰਦਾ? ਤਿੰਨਾਂ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਜਿਨ੍ਹਾਂ ਨੇ ਪ੍ਰਭੂ ਨੂੰ ਆਪਣਾ ਮੰਨ ਲਿਆ, ਪ੍ਰਭੂ ਦੇ ਭਾਣੇ ਨੂੰ ਸਮਝ ਲਿਆ, ਪ੍ਰਭੂ ਦੇ ਭਾਣੇ ਦੇ ਵਿੱਚ ਆ ਗਏ। ਜਦੋਂ ਅਸੀਂ ਆਪਣੇ ਹੋ ਜਾਂਦੇ ਹਾਂ ਉਦੋਂ ਗੱਲਾਂ ਬਦਲ ਜਾਂਦੀਆਂ। ਫਿਰ ਗਿਣਤੀਆਂ ਮਿਣਤੀਆਂ ਨਹੀਂ ਰਹਿੰਦੀਆਂ, ਫਿਰ ਇੱਕ ਸਿਸਟਮ ਚੱਲਦਾ। ਤਿੰਨਾਂ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਭਾਣੇ। ਆਪਣੇ ਪ੍ਰਭੂ ਦੇ ਭਾਣੇ ਨੂੰ, ਆਪਣੇ ਪ੍ਰਭੂ ਦੇ ਨਿਯਮ ਨੂੰ ਸਮਝ ਲੈਂਦੇ ਆ, ਚੜ੍ਹਦੀ ਕਲਾ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਤੂੰ ਬੜਾ ਪਰਮ ਪਿਤਾ ਪਰਮਾਤਮਾ ਪਰਵਦਗਾਰ, ਖੰਡਾਂ ਬ੍ਰਹਮੰਡਾਂ ਨੂੰ ਰਚਣ ਵਾਲਾ, ਊਚ ਅਪਾਰ ਬੇਅੰਤ, ਜਿਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬੇਅੰਤ ਸੁਆਮੀ, ਸੁਆਮੀ ਹੁੰਦਾ ਮਾਲਕ ਆਪਣੇ ਆਪੇ ਦਾ, ਖੁਦ ਸਭੈ ਪ੍ਰਕਾਸ਼ ਆਓ। ਕੌਣ ਜਾਣੈ ਗੁਣ ਤੇਰੇ, ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ। ਤੇਰਾ ਹੀ ਆ ਸਾਰਾ ਕੁਛ, ਕੁਛ ਵੀ ਕਰਦੇ ਤੂੰ ਹੀ ਕਰਦਾ ਹੈ। ਇਹ ਗੱਲਾਂ ਦੀ ਅੰਦਰ ਮੋਹਰ ਸਾਪ ਲੱਗ ਜਾਂਦੀ ਹੈ। ਚਿੱਟੇ ਚਾਨਣ ਵਾਂਗੂ ਦੀਂਦਾ ਸਾਰਾ ਕੁਛ, ਕਹਿਣ ਦੀਆਂ ਗੱਲਾਂ ਨਹੀਂ ਰਹਿੰਦੀਆਂ। ਫਿਰ ਜੋ ਕਹਿੰਦੇ ਆ ਫਿਰ ਉਹ ਦਿਸਦਾ, ਉਹਦਾ ਆਨੰਦ ਆਉਂਦਾ। ਗਾਵਤੇ ਉਧਰਹਿ, ਸੁਣਤੇ ਉਧਰਹਿ, ਬਿਨਸੈ ਪਾਪ ਘਨੇਰੇ। ਮਹਾਰਾਜ ਕਹਿੰਦੇ ਫਿਰ ਹੁੰਦਾ ਕੀ ਹੈ, ਜਦੋਂ ਸਮਝ ਆਉਂਦੀ ਹੈ, ਉਹਦੀ ਇੱਕ ਲੈ ਬਣਦੀ ਹੈ, ਫਿਰ ਉਹਨੂੰ ਚਾਹੁਣ ਵਾਲੇ, ਉਹਨੂੰ ਪਿਆਰ ਕਰਨ ਵਾਲੇ ਉਹਦੀ ਯਾਦ ਦੇ ਵਿੱਚ ਗਾਉਂਦੇ ਆ, ਉਹਦੀ ਕੀਰਤੀ ਕਰਦੇ ਆ। ਗਾਵਤ ਉਧਰਹਿ, ਉਹਨਾਂ ਨੇ ਤਾਂ ਉਧਰ ਨਹੀਂ ਆ। ਸਮਝ ਪੈ ਗਈ ਗੱਲ, ਜਾਣਾ ਕਿੱਥੇ ਆ, ਨਿਸ਼ਾਨਾ ਕੀ ਹੈ, ਕਰਨਾ ਕੀ ਹੈ, ਉਵੇਂ ਹੋਣ ਲੱਗ ਗਿਆ ਸਾਰਾ ਕੁਛ, ਇੱਕ ਰਸਤਾ ਬਣ ਗਿਆ। ਅਤੇ ਸਤਿਗੁਰੂ ਕਹਿੰਦੇ ਉਹਨਾਂ ਦਾ ਆਧਾਰ ਹੋ ਜਾਂਦਾ। ਗਾਵਤੇ ਉਤਰੇ, ਸੁਣ ਤੇ ਉਤਰੇ। ਅਤੇ ਉਸ ਤੋਂ ਬਾਅਦ ਆ ਜਾਂਦੀ ਹੈ ਵਾਰੀ ਸੁਣਨ ਵਾਲਿਆਂ ਦੀ। ਕਿੱਡਾ ਵੱਡਾ ਫਲ ਹੈ ਜਿਹੜਾ ਸੁਣਦਾ, ਕਿਉਂਕਿ ਸ਼ੁਰੂ 'ਚ ਤਾਂ ਅਸੀਂ ਗੱਲ ਹੀ ਸੁਣਾਂਗੇ ਨਾ, ਕੋਈ ਨਿਯਮ ਸੁਣਾਂਗੇ, ਕੋਈ ਬਾਣੀ ਸੁਣਾਂਗੇ, ਪੜ੍ਹਾਂਗੇ। ਜਿਵੇਂ ਜਿਵੇਂ ਅਸੀਂ ਉਹਨੂੰ ਸੁਣਦੇ ਹਾਂ ਉਵੇਂ ਉਵੇਂ ਉਹ ਸਰੋਤ ਪੈਦਾ ਹੋ ਜਾਂਦੀ ਹੈ, ਜਿਹੜੀ ਜਿੱਥੇ ਕੋਈ ਕੁਛ ਕਰ ਨਹੀਂ ਰਿਹਾ ਉਹਨੂੰ ਵੀ ਸੁਣਨ ਲੱਗ ਜਾਂਦਾ, ਉਹਨੂੰ ਵੀ ਗਾਉਣ ਲੱਗ ਜਾਂਦਾ, ਜਿਹੜੇ ਗਾਇਨ ਆਪੇ ਚੱਲਦੇ ਆ। ਗਾਵਤੇ ਉਧਰੇ, ਸੁਣਤੇ ਉਧਰਹਿ, ਬਿਨਸੈ ਪਾਪ ਘਨੇਰੇ। ਜਿੰਨੇ ਪਾਪ ਆ ਸਾਰੇ ਬਿਨਸ ਜਾਂਦੇ ਆ। ਹੁਣ ਪਾਪ ਕੀ ਸੀ? ਨਿਰੰਕਾਰ ਦੇ ਦਰ 'ਤੇ ਜਾ ਕੇ ਪਤਾ ਲੱਗਦਾ, ਸੱਚਖੰਡ ਜਾ ਕੇ ਪਤਾ ਲੱਗਦਾ ਕਿ ਪੁੰਨ ਗੁਰੂਆਂ ਨੇ ਕਿਹਨੂੰ ਕਿਹਾ, ਪਾਪ ਕਿਹਨੂੰ ਕਿਹਾ। ਸਤਿਗੁਰੂ ਉੱਥੇ ਸਮਝਾਉਂਦੇ ਆ ਕਿ ਪੁੰਨ ਉਹ ਆ ਤੁਹਾਨੂੰ ਜਿਹੜੀ ਆ ਜੀਵਨੀ ਸ਼ਕਤੀ ਦਿੱਤੀ ਆ, ਇਹ ਜੀਵਨ ਨੂੰ ਬਚਾ ਕੇ ਰੱਖਦਿਆਂ ਹੋਇਆਂ ਸਿੱਧੇ ਪਾਸੇ ਲਈ ਜਾਣਾ, ਜੀਵਨੀ ਊਰਜਾ ਵਧਾਈ ਜਾਣੀ ਅਤੇ ਨਿਰੰਕਾਰ ਵੱਲ ਤੁਰੇ ਜਾਣਾ ਸਿੱਧੇ ਰਾਹ, ਉਹਨੂੰ ਕਿਹਾ ਪੁੰਨ। ਜਿਹੜੀਆਂ ਗੱਲਾਂ ਉੱਧਰ ਤੋਂ ਜਾਂਦੀਆਂ ਨਿਰੰਕਾਰ ਕਰਨੀ, ਉੱਧਰ ਤੋਂ ਜਾਣ ਵਾਲੇ ਲੋਕਾਂ ਨੂੰ ਸਹਾਇਤਾ ਕਰਨੀ, ਲੰਗਰ ਲਾਉਣੇ, ਜਗ੍ਹਾ ਬਣਾ ਕੇ ਦੇਣੀਆਂ, ਜਲ ਛਕਾਉਣੇ, ਜਿੰਨੇ ਕੰਮ ਵੀ ਹੋ ਗਏ ਜਿਹੜੇ ਅੰਤਰਾਤਮੇ ਜਾਣ ਵਾਲਿਆਂ ਲਈ ਕਰਦੇ ਆ, ਉਹ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ। ਮਹਾਰਾਜ ਕਹਿੰਦੇ ਉਹ ਚੜ੍ਹਦੀ ਕਲਾ ਦੇ ਨਾਲ ਵਿਚਰਨਾ ਸ਼ੁਰੂ ਕਰ ਦਿੰਦੇ ਆ। ਗਾਵਤੇ ਉਧਰੇ, ਸੁਣਤੇ ਉਧਰੇ, ਬਿਨਸੇ ਪਾਪ ਘਨੇਰੇ। ਜਿਹੜੀ ਲੈ ਉਹਦੇ ਵੱਲ ਨੂੰ ਜਾਂਦੀ ਹੈ, ਉਹ ਜੋ ਵੀ ਕੀਤਾ ਜਾਵੇ ਉਹ ਪੁੰਨ ਹੁੰਦਾ। ਜਿਹੜੀ ਉਹਦੇ ਨਾਲ ਤੋੜੇ, ਤੁਹਾਡੇ ਆਪਣੇ ਆਪੇ ਨਾਲ ਤੋੜੇ, ਤੁਹਾਨੂੰ ਸਕੂਨ 'ਚ ਨਾ ਜਾਣ ਦੇਵੇ, ਤੁਹਾਨੂੰ ਉਹ ਸਟੇਟ 'ਚ ਨਾ ਜਾਣ ਦੇਵੇ, ਉਹ ਭਾਵੇਂ ਤੁਹਾਡਾ ਕੁਛ ਖਾਧਾ ਹੋਇਆ, ਭਾਵੇਂ ਤੁਹਾਡਾ ਕੁਛ ਪੀਤਾ ਹੋਇਆ, ਭਾਵੇਂ ਤੁਹਾਨੂੰ ਕੰਨਾਂ ਰਾਹੀਂ ਕਿਹਾ ਗਿਆ, ਉਹ ਪਾਪ ਬਣ ਜਾਂਦਾ। ਜਿਹੜੀ ਚੀਜ਼ ਦੂਰੀਆਂ ਪਵਾਵੇ ਉਹ ਪਾਪ ਹੈ, ਜਿਹੜੀ ਨੇੜੇ ਲੈ ਜੇ ਉਹ ਪੁੰਨ ਹੈ। ਇਹੀ ਇੱਕ ਜੀਵਨ ਧਾਰਾ ਦਾ ਕਨਸੈਪਟ ਆ। ਨਹੀਂ ਜਿਨ੍ਹਾਂ ਨੂੰ ਪਾਪ ਪੁੰਨ ਆਪਾਂ ਕਹਿੰਦੇ ਹੁੰਦੇ ਇੱਥੇ ਜੀਵਾਂ ਦੇ ਹਿਸਾਬ ਨਾਲ, ਉਹ ਇੱਕ ਧਰਮ ਵਾਲਿਆਂ ਲਈ ਪਾਪ ਆ, ਦੂਜੇ ਉਹਨੂੰ ਕਰਦੇ ਆ, ਹੁੱਬ ਕੇ ਕਰਦੇ ਆ, ਧਾਰਮਿਕ ਦਿਨਾਂ 'ਤੇ ਕਰੇ ਜਾਂਦੇ ਆ। ਇਹ ਗੱਲਾਂ ਪਾਪ ਪੁੰਨ ਨਹੀਂ ਹੈਗੀਆਂ, ਇਹਦਾ ਵਿਸ਼ਾ ਵੱਖਰਾ।
ਅਸਲ ਦੇ ਵਿੱਚ ਪਾਪ ਕੀ ਆ? ਤੁਸੀਂ ਆਏ ਸੀ ਆਪਣੇ ਆਪੇ ਨੂੰ ਜਾਣਨ, ਆਪਣੇ ਨੇੜੇ ਹੋਣ। ਉਹ ਗੱਲ ਨੂੰ ਭੁੱਲ ਕੇ ਤੁਸੀਂ ਖੁਦ ਭੁੱਲੇ ਤਾਂ ਖੁਦ ਪਾਪੀ, ਜਿਹੜਾ ਭੁਲਾਉਂਦਾ ਉਹ ਵੀ ਪਾਪੀ। ਤੁਸੀਂ ਖੁਦ ਨੂੰ ਜਾਣਨ ਆਏ ਹੋ, ਜਿਹੜਾ ਤੁਹਾਨੂੰ ਜਨਾਉਣ ਦੇ ਵਿੱਚ ਮਦਦ ਕਰਦਾ, ਖੁਦ ਜਾਣ ਚੁੱਕਿਆ, ਤੁਹਾਡੀ ਮਦਦ ਕਰਦਾ, ਉਹ ਪੁੰਨ ਹੈ। ਜਿਹੜਾ ਤੋੜਦਾ ਉਹ ਪਾਪ ਹੈ। ਇਹੀ ਪਾਪ ਪੁੰਨ ਦਾ ਕਨਸੈਪਟ ਹੈ। ਆ ਦੂਜੀਆਂ ਚੀਜ਼ਾਂ ਖਾਣ ਪੀਣ ਜੇ ਉਹ ਵਾਲੀਆਂ, ਇਹਨਾਂ ਦਾ ਕੋਈ ਐਡਾ ਇੱਧਰਲੇ ਪਾਸੇ ਮੈਟਰ ਹੈ ਹੀ ਨਹੀਂ। ਇਹ ਵੱਖਰਾ ਵਿਸ਼ਾ। ਗਾਵਤੇ ਉਧਰ ਹੈ, ਸੁਣਤੇ ਉਧਰ ਹੈ, ਬਿਨਸੈ ਪਾਪ ਘਨੇਰੇ। ਉਹ ਸਾਰੇ ਪਾਪ ਜਿੰਨੀਆਂ ਟੁੱਟਣ ਵਾਲੀਆਂ ਗੱਲਾਂ ਸੀ ਆਪਣੇ ਆਪ ਹੀ ਬਿਨਸ ਜਾਂਦੀਆਂ। ਆਪਾਂ ਕਹਿੰਦੇ ਯਾਰ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ। ਫਿਰ ਉਹ ਜਿਹੜੇ ਟੂਲ ਪਏ ਹੁੰਦੇ ਆ ਪਾਪ ਕਰਮਾਂ ਵਾਲੇ, ਉਹ ਵੀ ਚੱਲ ਜਾਂਦੇ ਆ। ਅਤੇ ਜਦੋਂ ਆਪਾਂ ਇਹਨਾਂ ਨੂੰ ਵਰਤਣਾ ਹੀ ਨਹੀਂ, ਆਪਾਂ ਘਰੇ ਰੱਖ ਕੇ ਵੀ ਕੀ ਕਰਨਾ। ਜਿਹੜੀ ਚੀਜ਼ ਨਾਲ ਜਦੋਂ ਆਪਣਾ ਵਾਹ ਹੀ ਨਹੀਂ ਰਿਹਾ, ਉਹ ਫਿਰ ਆਪਣੇ ਆਪ ਬਿਨਸਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਗੁਣ ਗਾਉਂਦਿਆਂ, ਉਹਦੇ ਗੁਣ ਸੁਣਦਿਆਂ ਚੜ੍ਹਦੀ ਕਲਾ ਬਣਦੀ ਜਾਂਦੀ ਹੈ ਅਤੇ ਪਾਪਾਂ ਦਾ ਨਾਸ ਹੁੰਦਾ ਜਾਂਦਾ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਾਰ ਉਤਾਰੇ। ਸਤਿਗੁਰੂ ਦੀ ਬਾਣੀ ਕੀ ਕਹਿੰਦੀ ਹੈ ਕਿ ਉਹ ਜਿਹੜਾ ਨਿਰੰਕਾਰ ਆ, ਉਹਦੀ ਜਿਹੜੀ ਲੈ ਆ, ਉਹਦੀ ਜਿਹੜੀ ਦ੍ਰਿਸ਼ਟੀ ਹੈ, ਦ੍ਰਿਸ਼ਟੀ ਨੂੰ ਸਮਝਣ ਵਾਸਤੇ ਬੰਦਾ ਹੋਣਾ ਜ਼ਰੂਰੀ ਨਹੀਂ, ਪਸ਼ੂ ਵੀ ਸਮਝਦੇ ਆ। ਕਿਤੇ ਆਪਣੇ ਡੌਗ ਦੀਆਂ ਅੱਖਾਂ ਚੱਖਾਂ ਪਾ ਕੇ ਦੇਖਿਓ, ਜਿਹੜੀ ਵੀ ਪਾਲਤੂ ਚੀਜ਼ ਘਰੇ ਰੱਖੀ ਵੀ ਆ ਤੁਹਾਡੇ ਇਸ਼ਾਰੇ ਸਮਝਦੀ ਆ, ਸਾਰੇ ਤੁਹਾਡੀ ਖੁਸ਼ੀ ਗਮੀ ਸਮਝਦੀ ਹੈ। ਉਹਦਾ ਵੀ ਆਧਾਰ ਹੁੰਦਾ ਜਦੋਂ ਤੁਹਾਡੀ ਪਰਮ ਦ੍ਰਿਸ਼ਟੀ ਬਣ ਜਾਂਦੀ ਆ। ਤੁਸੀਂ ਪਸ਼ੂਆਂ ਤੱਕ ਦਾ ਆਧਾਰ ਕਰਨ ਦੇ ਸਮਰੱਥ ਖੁਦ ਹੋ ਜਾਂਦੇ ਹੋ। ਜਦੋਂ ਸਾਧੂ ਜਨ ਬਣ ਜਾਂਦੇ ਹੋ, ਬ੍ਰਹਮ ਗਿਆਨੀ ਹੋ ਜਾਂਦੇ ਹੋ, ਤੁਹਾਨੂੰ ਤਾਕਤ ਦੇਣ ਦਾ ਨਿਰੰਕਾਰ। ਜਿਵੇਂ ਬਾਹਰੀ ਸੰਸਾਰ ਦੇ ਵਿੱਚ MLA ਕੋਲੇ, MP ਕੋਲੇ ਵਿਸ਼ੇਸ਼ ਅਧਿਕਾਰ ਹੁੰਦੇ ਆ ਕਿ ਉਹ ਆਪਣੇ ਕੋਟੇ 'ਚੋਂ ਦੇ ਸਕਦੇ ਹੁੰਦੇ ਆ ਜਿਹਨੂੰ ਦੇਣਾ ਚਾਹੋ ਕੁਛ ਵੀ। ਜਿਵੇਂ ਦੇਸ਼ ਦਾ ਰਾਸ਼ਟਰਪਤੀ, ਮੰਤਰੀ, ਮੁੱਖ ਮੰਤਰੀ, ਜੇਲ੍ਹ ਜਿਨ੍ਹਾਂ ਨੂੰ ਕੈਦ ਕੀਤੀ ਸੀ ਇਸੇ ਦੇਸ਼ ਦੇ ਕਾਨੂੰਨ ਅਧੀਨ, ਉਹਨਾਂ ਦੀ ਸਜ਼ਾ ਨੂੰ ਘੱਟ ਕਰ ਸਕਦੇ ਆ, ਉਹਨਾਂ ਨੂੰ ਬਰੀ ਵੀ ਕਰ ਸਕਦੇ ਆ, ਉਹ ਵੀ ਕਾਨੂੰਨ ਦੇ ਅਧੀਨ ਹੀ ਆ। ਇਸੇ ਤਰ੍ਹਾਂ ਜਿੱਦੇ ਤੁਸੀਂ ਜਾਗ ਜਾਂਦੇ ਹੋ, ਪਸ਼ੂਆਂ ਤੱਕ ਦਾ ਆਧਾਰ ਪ੍ਰੇਤ ਕੌਣ ਆ? ਜਿਹੜਾ ਸਾਡੇ ਵਰਗਾ ਹੀ ਆ, ਜਿਹਦੇ ਕੋਲੇ ਹੁਣ ਸਰੀਰ ਨਹੀਂ ਰਿਹਾ, ਇਹ ਬੋਡੀ ਨਹੀਂ ਰਹੀ, ਪਰ ਉਹਦੀ ਕੋਈ ਮੁਕਤੀ ਨਹੀਂ ਹੋਈ, ਉਹਨੇ ਮੁਕਤੀ ਦੀ ਕੋਈ ਚਾਹਨਾ ਕੀਤੀ ਨਹੀਂ ਸੀ। ਮਾਇਆ ਕਰਦਾ ਮਰ ਗਿਆ, ਹੁਣ ਉਹ ਉਸੇ ਘਰ ਦੇ ਆਲੇ ਦੁਆਲੇ ਗੇੜੇ ਕੱਢਦਾ ਫਿਰਦਾ, ਜਾਂ ਜਿਹੜੀ ਚੀਜ਼ ਵੀ ਉਹਦੀ ਰਹਿ ਗਈ ਅਧੂਰੀ ਉਹਨੂੰ ਭਾਲਦਾ ਫਿਰਦਾ, ਉਹ ਆ ਪ੍ਰੇਤ। ਤੁਹਾਡੀ ਜਦੋਂ ਨਜ਼ਰ ਬਰੀਕ ਹੋ ਜਾਂਦੀ ਆ, ਤੁਹਾਨੂੰ ਸਾਫ਼ ਉਹ ਰੂਹਾਂ ਆ ਕੇ ਟੱਚ ਕਰਦੀਆਂ, ਆਪਣੀ ਬੇਨਤੀ ਕਰਦੀਆਂ, ਆਪਣੀ ਅਰਦਾਸ ਬੇਨਤੀ ਉਵੇਂ ਕਰਾਉਂਦੀਆਂ ਜਿਵੇਂ ਤੁਸੀਂ ਕਰਾਉਣੇ ਹੋ ਆ ਕੇ। ਉਹਨਾਂ ਦਾ ਮਿਲਣ ਦਾ ਢੰਗ ਵੱਖਰਾ, ਉਹ ਥਾਟ ਰਾਹੀਂ, ਸੁਪਨਿਆਂ ਰਾਹੀਂ, ਅਤੇ ਜੇ ਬਹੁਤੀ ਇਕਮਿਕਤਾ ਹੋ ਜੇ ਤਾਂ ਉਹ ਸਾਹਮਣਾ ਉਹਨਾਂ ਦਾ ਵੀ ਆਧਾਰ ਕਰਨ ਦੇ ਸਮਰੱਥ ਹੋ ਜਾਂਦਾ ਜਿਹੜਾ ਬ੍ਰਹਮ ਗਿਆਨੀ ਹੈ। ਪਸ਼ੂ ਪ੍ਰੇਤ ਮੁਗਧ ਹੁੰਦੇ ਆ ਮੂਰਖ ਲੋਕ, ਜਿਹਦੇ ਗੱਲ ਪੱਲੇ ਹੀ ਨਾ ਪਵੇ, ਜਾਂ ਜਿਹਨੂੰ ਮਤਲਬ ਹੀ ਨਹੀਂ ਮੈਂ ਕਰਨ ਕੀ ਆਇਆ ਸੰਸਾਰ 'ਚ, ਇਹ ਗੱਲ ਤਾਂ ਹੀ ਨਹੀਂ ਪਤਾ, ਬਸ ਉਹੀ ਭੱਜਿਆ ਫਿਰਦਾ, ਉਹਦਾ ਕੋਈ ਏਮ ਨੇਮ ਹੀ ਹੈ ਨਹੀਂ, ਉਹ ਮੂਰਖ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਰ ਉਤਾਰੇ। ਪੱਥਰਾਂ ਨੂੰ ਉਤਾਰਨ ਦੀ ਸ਼ਕਤੀ ਆ ਜਾਂਦੀ ਹੈ, ਪੱਥਰਾਂ ਤੱਕ ਨੂੰ ਉਤਾਰ ਸਕਦਾ। ਇਹ ਵਿਗਿਆਨਕ ਨਿਯਮ ਆ ਸਾਰੇ, ਆਈ ਨਹੀਂ ਹੈਗਾ ਕਿ ਉਹੀ ਗੱਲਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ, ਇਸ ਤਰ੍ਹਾਂ ਦੇ ਕੈਮੀਕਲ ਪਏ ਆ ਕਿ ਤੁਸੀਂ ਉਹ ਲਾ ਦਿਓਗੇ ਤਾਂ ਪੱਥਰ ਵੀ ਨਹੀਂ ਡੁੱਬੂਗਾ। ਹੋਰ ਬੜੀਆਂ ਚੀਜ਼ਾਂ, ਕਿਉਂਕਿ ਨਿਰੰਕਾਰ ਦੀਆਂ ਸ਼ਕਤੀਆਂ ਵੀ ਨਿਯਮਾਂ 'ਚ ਵਾਪਰਦੀਆਂ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਣ ਪਾਰ ਉਤਾਰੇ। ਸਤਿਗੁਰੂ ਕਹਿੰਦੇ ਹੈ ਐਸੀ ਵੱਡੀ ਕਲਾ, ਚੜ੍ਹਦੀ ਕਲਾ ਬਖਸ਼ਿਸ਼ ਹੋ ਜਾਂਦੀ ਹੈ, ਉਹਦੀ ਸ਼ਕਤੀਆਂ ਨਾਲ ਇਕਮਿਕਤਾ ਆ ਜਾਂਦੀ ਆ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਕਹਿੰਦੇ ਹੇ ਨਿਰੰਕਾਰ, ਹੇ ਅਕਾਲ ਪੁਰਖ ਪਰਵਤਗਾਰ, ਹੇ ਅਕਾਲ ਪੁਰਖ, ਨਾਨਕ ਦਾਸ ਤੇਰੀ ਸਰਨਾਈ, ਤੇਰੀ ਸਰਨਾ ਜਿੱਥੇ ਵੀ ਹੈਗੇ ਆ ਸਦਾ ਸਦਾ ਬਲਿਹਾਰੈ। ਇਹ ਇੱਕ ਭਾਵ ਹੈ ਸਦਾ ਸਦਾ ਬਲਿਹਾਰੇ ਦਾ। ਤੁਸੀਂ ਸਦਾ ਸਦਾ ਬਲਿਹਾਰ ਨੂੰ ਆਪਦਾ ਭਾਵ ਬਣਾ ਲਓ ਕਿ ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ। ਉਹ ਇੱਕ ਭਾਵ ਬਣ ਜੂਗਾ, ਉਹਦੀਆਂ ਫਿਰ ਵੱਖਰੀਆਂ ਦ੍ਰਿਸ਼ਟੀਆਂ, ਵੱਖਰੇ ਰਾਹ। ਮੈਂ ਸਦਕੇ ਜਾਵਾਂ, ਮੇਰੀ ਗੱਲ ਹੁਣ ਬੋਲੇ ਦੇਖੋ ਕੀ ਆ, ਇਹ ਕੀ ਚੀਜ਼ ਹੈ ਜਿਹੜਾ ਮਾਈਂਡ ਹੈ। ਅਸੀਂ ਛੋਟੇ ਛੋਟੇ ਹੁੰਦੇ, ਸਾਡੇ ਇੱਕ ਮਾਤਾ ਹੁੰਦੀ ਮੁਹੱਲੇ 'ਚ, ਕਹਿ ਲਓ ਘਰਾਂ ਦੇ ਨੇੜ, ਉਹ ਜਿਹੜੇ ਵੀ ਬੱਚੇ ਨੂੰ ਮਿਲਦੀ ਸਕੂਲੋਂ ਆਉਂਦੇ ਨੂੰ, ਕਾਫੀ ਵੱਡੀ ਉਮਰ ਦੀ ਅੰਮ੍ਰਿਤਧਾਰੀ ਮਾਤਾ ਸੀ, ਤਾਂ ਥੋੜ੍ਹਾ ਕੁੱਬੀ ਹੋ ਕੇ ਤੁਰਦੀ, ਅਤੇ ਉਹ ਪੁੱਛ ਕੇ ਵੀ ਕਿਹਦਾ ਬੱਚਾ ਹੈ, ਮੂੰਹ ਫੜ ਕੇ ਹੱਥ ਜਲਾ ਕੇ ਫਲਾਨਿਆਂ ਦਾ, ਅਤੇ ਉਹਨੇ ਬੁੱਕਲ 'ਚ ਲੈ ਲੈਣਾ, ਉਹ ਮੇਰਾ ਪੁੱਤ ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ।
ਉਹ ਇਹੋ ਜਿਹੇ ਹਿਸਾਬ ਨਾਲ ਅਸੀਸਾਂ ਦਿੰਦੀ, ਤੇ ਉਹ ਹੁਣ ਮੇਰਾ ਲੂੰ ਕੱਡਾ ਖੜਾ ਹੋ ਜਾਂਦਾ। ਅੱਜ ਵੀ ਯਾਦ ਆਈ ਕੀ ਪਿਆ ਹੁੰਦਾ ਅੰਦਰ ਆਪਣੇ, ਉਹਦੇ ਸ਼ਬਦ ਨਾਲ ਜਦੋਂ ਮੇਲ ਖਾ ਕੇ ਨਾ ਗੁਰਬਾਣੀ ਦੇ ਵਿੱਚ, ਉਹ ਜਾਗ ਪਈ ਆ ਕੇ। ਦੇਖੋ ਕਿੱਥੇ ਹੋਣੀ ਆ ਰੂਹ, ਉਹ ਕਿੱਥੇ, ਉਹਨੂੰ ਅੱਜ ਬਾਣੀ ਦੀ ਕਥਾ ਕਰਦੇ ਆਪਾਂ ਸਲੂਟ ਕਰ ਰਹੇ ਹਾਂ। ਇਹਨੂੰ ਕਹਿੰਦੇ ਨੇ ਤੁਹਾਡੇ ਕੀਤੇ ਹੋਏ ਕਰਮ। ਉਹ ਹਰ ਇੱਕ ਨੂੰ ਅਸੀਸ ਦਿੰਦੀ ਸੀ, ਅਤੇ ਉਹਦੀਆਂ ਅਸੀਸਾਂ ਪਈਆਂ ਆਕਾਸ਼ੀ ਰਿਕਾਰਡ 'ਚ, ਅਤੇ ਜਿਨ੍ਹਾਂ ਨੇ ਦਰਸੀਸਾਂ ਦਿੱਤੀਆਂ ਹੁੰਦੀਆਂ ਉਹ ਵੀ ਪਈਆਂ ਹੁੰਦੀਆਂ। ਬਸ ਐਂ ਚੀਜ਼ਾਂ ਸਾਹਮਣੇ ਆਈ ਜਾਂਦੀਆਂ ਜਾਈ ਜਾਂਦੀਆਂ। ਸਤਿਗੁਰੂ ਨਾਨਕ ਕਹਿੰਦੇ ਭਾਈ ਅੰਦਰ ਹੀ ਹੈ ਸਾਰਾ ਕੁਛ। ਮੈਂ ਵਾਰੀ ਵਾਰੀ ਇਹ ਸ਼ਬਦਾਂ 'ਚ ਤਾਂ ਕਹਿਣਾ ਇਹ ਗੱਲ, ਤਾਂ ਕਿ ਪਤਾ ਨਹੀਂ ਕਿਹੜਾ ਸ਼ਬਦ ਕਿੱਥੇ ਪਹੁੰਚਣਾ, ਕਿਹਦੇ ਕੋਲ ਜਾ ਵੜਨਾ, ਕਿਹਨੇ ਸੁਣ ਲੈਣਾ। ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਪਰਮ ਸੱਤਾ ਨੂੰ ਇੱਕ ਮੰਨਿਆ ਜਾਂਦਾ, ਬਾਕੀ ਸਾਰੇ ਰੂਪ ਉਸੇ ਦੇ ਆ। ਸਾਰਿਆਂ ਦਾ ਪਿਆਰ ਸਤਿਕਾਰ, ਸਾਰਿਆਂ ਨੂੰ ਨਮਸਕਾਰ। ਉਹਦੇ ਨਾਲ ਇੱਕ ਮਿਕਤਾ ਕਰਨ ਲਈ ਆ ਤੁਹਾਡੇ ਕੋਲੇ ਬੋਡੀ ਦਿੱਤੀ ਆ, ਸਰੀਰ ਦਿੱਤਾ। ਇਹਨੂੰ ਗੁਰੂ ਨਾਨਕ ਕਹਿੰਦੇ ਭਾਈ ਹਰਮੰਦਰ ਹੈ, ਇਹਨੂੰ ਸੋਹਣਾ ਨਿਭਾਉਣਾ, ਧਵਾਉਣਾ, ਸੋਹਣਾ ਖਵਾਉਣਾ ਇਹਨੂੰ। ਜੋ ਇਹਦੇ ਹਾਜ਼ਮ ਆ ਜੇ, ਉਹ ਪਹਿਲੋਂ ਜਿਹੜਾ ਸਕੂਨ ਦਿੰਦਾ, ਉਹ ਸਾਰਾ ਕੁਝ ਤੁਹਾਡੇ 'ਤੇ ਹੀ ਹੁੰਦਾ। ਤੀਸਰਾ, ਇਹ ਬੋਡੀ ਦੇ ਵਿੱਚ ਇੱਕ ਸਿਸਟਮ ਦੇ ਕੇ ਤੋਰਿਆ ਤੁਹਾਨੂੰ। ਇਹਦੇ 'ਚ ਤਾਕਤਾਂ ਬਹੁਤ ਆ, ਭਾਵੇਂ ਉਹਨੂੰ ਤੁਸੀਂ ਬਾਹਰੀ ਤੌਰ 'ਤੇ ਵਰਤ ਲਓ, ਭਾਵੇਂ ਅੰਦਰੂਨੀ ਵਰਤ ਲਿਓ। ਬਾਹਰੀ ਲਗਜ਼ਰੀਆਂ ਚਾਹੀਦੀਆਂ, ਕੰਮ ਧੰਦਿਆਂ 'ਚ ਲੱਗੋਗੇ, ਆਪਦੇ ਨਿਯਮ ਪਾਲੋਗੇ, ਕੁਛ ਵੀ ਕਰੋਗੇ, ਹੋ ਜਾਣਾ। ਪਰ ਜੇ ਤੁਸੀਂ ਆਪਣੇ ਆਪੇ ਨੂੰ ਜਾਣਨਾ ਤਾਂ ਅੰਦਰ ਜਾਣਾ ਪੈਣਾ। ਸਭ ਕੁਛ ਘਰ ਮੈਂ ਬਾਹਰ ਦਾ ਹੀ, ਬਾਹਰ ਟੋਲਾ ਸੋ ਭਰਮ ਭਲਾਹੀ। ਅੰਦਰ ਜਾਣ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਰਸਤਾ ਗੁਰੂ ਦਿੰਦਾ। ਗੁਰੂ ਤੋਂ ਬਿਨਾਂ ਅੰਦਰ ਕੋਈ ਜਾ ਨਹੀਂ ਸਕਦਾ। ਗੁਰੂ ਸਾਡਾ ਕੌਣ ਆ? ਗੁਰੂ ਨਾਨਕ ਕੀ ਕਹਿੰਦੇ ਆ? ਪਵਨ ਗੁਰੂ। ਅੰਦਰ ਜਾਣ ਵਾਲਾ ਗੁਰੂ ਸਾਡੇ ਪਵਨ ਹੈ। ਪਵਨ ਪੁੱਤਰੇ ਜਦੋਂ ਲੈ ਜਾਂਦਾ ਅੰਦਰ, ਸਾਡਾ ਸ਼ਬਦ ਗੁਰੂ ਨਾਲ ਮਿਲਾਪ ਕਰਾ ਦਿੰਦਾ, ਸਾਡਾ ਆਪਣੇ ਆਪੇ ਨਾਲ ਮਿਲਾਪ ਹੋ ਜਾਂਦਾ। ਸਾਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਨੂੰ ਹਰ ਵੇਲੇ ਇੱਕ ਸਕੂਨ, ਇੱਕ ਰੌਂ, ਇੱਕ ਚੜ੍ਹਦੀ ਕਲਾ ਮਿਲ ਜਾਂਦੀ ਹੈ। ਸਾਨੂੰ ਸਾਰੀਆਂ ਗੱਲਾਂ ਦੀ ਇੱਕ ਸਮਝ ਡਿਵੈਲਪ ਹੋ ਜਾਂਦੀ ਹੈ, ਜਿਹਦਾ ਕਰਕੇ ਅਸੀਂ ਫਿਰ ਇੰਟਰਫੇਅਰ ਨਹੀਂ ਕਰਦੇ। ਸਾਨੂੰ ਪਤਾ ਕਿ ਜਿੱਥੇ ਜੋ ਵੀ ਵਾਪਰ ਰਿਹਾ ਉਹਦੇ ਪਿੱਛੇ ਕੀ ਕਾਰਨ ਹੈ। ਇਹ ਕਾਰਨ ਸਮਰੱਥਾ ਗੁਰਮੁਖ ਨੂੰ ਸਾਰੇ ਕਾਰਨ ਦੱਸਣ ਲੱਗ ਜਾਂਦੇ ਆ। ਉਹ ਫਿਰ ਬਾਹਲੇ ਪੁੰਨਾ ਪਾਪਾਂ ਦੇ ਚੱਕਰ 'ਚ ਨਹੀਂ ਪੈਂਦਾ। ਉਹਨੂੰ ਪਤਾ ਕੀਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਤਾਰ। ਉਹ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਵੀ ਦਾਤਾਂ ਬਣਦਾ, ਅਤੇ ਜਿਹੜੀਆਂ ਦਾਤਾਂ ਨਿਆਮਤਾਂ ਹੈਗੀਆਂ ਇਹਨਾਂ ਨੂੰ ਤਾਂ ਮੰਨਣੀ ਹੈ। ਇੱਕ ਦ੍ਰਿਸ਼ਟੀ ਉੱਚੀ ਉੱਠ ਜਾਂਦੀ ਹੈ, ਫਿਰ ਇੱਕ ਵੱਖਰਾ ਤਰ੍ਹਾਂ ਦਾ ਜੀਵਨ ਸ਼ੁਰੂ ਹੋ ਜਾਂਦਾ। ਜਦੋਂ ਹੀ ਟਾਈਮ ਮਿਲਦਾ, ਸਤਿਗੁਰਾਂ ਨੇ 1.25 ਘੰਟਾ ਕਿਹਾ। ਗੁਰੂ ਨਾਨਕ ਸਾਹਿਬ ਵੇਲੇ ਤਾਂ ਇੰਨੀਆਂ ਬਾਣੀਆਂ ਵੀ ਨਹੀਂ ਸੀ। ਤੁਸੀਂ ਹਿਸਾਬ ਖੁਦ ਹੀ ਲਾ ਸਕਦੇ ਹੋ ਕਿ ਕਿਵੇਂ ਬੈਠਣ ਨੂੰ ਕਹਿੰਦੇ ਹੋਣਗੇ, ਕੀ ਪੜ੍ਹਨ ਨੂੰ ਕਹਿੰਦੇ ਹੋਣਗੇ। ਉਹਨਾਂ ਤੋਂ ਵੀ ਪਹਿਲਾਂ ਕਬੀਰ ਜੀ ਕੀ ਕਹਿੰਦੇ ਹੋਣਗੇ, ਰਵਿਦਾਸ ਜੀ ਕੀ ਕਹਿੰਦੇ ਹੋਣਗੇ। ਸਾਰਿਆਂ ਦੀ ਗੱਲ ਇੱਕੋ ਹੀ ਆ। ਜੋ ਤੋਂ ਮਹੱਲਾ ਛੱਡ ਕੇ ਆਪਾਂ ਬਾਣੀ ਪੜ੍ਹੀਏ, ਸਾਰੀ ਇੱਕੋ ਹੀ ਗੱਲਾਂ ਉਹੀ ਆ। ਇਹ ਤੋਂ ਸਮਝ ਡਿਵੈਲਪ ਹੋਵੇ ਆਪਣੇ ਅੰਦਰ ਸਭ ਦੇ ਕਿ ਉਹ ਗੱਲ ਕੋਈ ਹੋਰ ਆ, ਜਿਹੜੀ ਪਹਿਲਾਂ ਤੋਂ ਹੀ ਦੱਸੀ ਜਾ ਰਹੀ ਆ, ਜਿਹੜੀ ਗੁਰੂ ਨਾਨਕ ਦੇਵ ਦੱਸਦੇ ਸੀ। ਬਾਕੀ ਤਾਂ ਹੌਲੀ ਹੌਲੀ ਗੱਲਾਂ ਜੁੜ ਕੇ ਵੱਧ ਜਾਂਦੀਆਂ। ਅਸਲ ਗੱਲ ਤਾਂ ਬਹੁਤ ਬਰੀਕ ਆ, ਬਹੁਤ ਸੂਖਮ ਹੈ। ਉਹ ਤੁਹਾਡੇ ਆਪੇ ਪੱਲੇ ਪੈ ਜਾਣੀ ਹੈ। ਜਦੋਂ ਹੀ ਟਾਈਮ ਮਿਲਦਾ ਉਹ 1.25 ਘੰਟਾ ਲਾਓ। ਉਹਦੇ 'ਚ ਤੁਸੀਂ ਬਾਣੀ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਜਾਪ ਕਰ ਸਕਦੇ ਹੋ, ਸਿਮਰਨ ਕਰ ਸਕਦੇ ਹੋ। ਮੇਨ ਹੈਗਾ ਬਹਿਣਾ। ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦੇ ਆ। ਗੁਰੂ ਚਰਨਾਂ ਦੀ ਹਾਜ਼ਰੀ ਲਵਾਓ, ਬਾਕੀ ਦੇ ਅਗਲੇ ਕੰਮ ਆਪਣੇ ਆਪ ਹੁੰਦੇ ਜਾਣੇ। ਇਸੇ ਤਰ੍ਹਾਂ ਹੀ ਆ, ਜਿਵੇਂ ਕੋਈ ਕਹੇ ਜੇ ਮੈਂ ਕਮਰੇ 'ਚ ਜਾ ਕੇ ਸੁੱਚ ਛੱਡੀ ਫੇਰ ਕੀ ਹੋ ਜੂ। ਆਪਾਂ ਕਹਾਂਗੇ ਤੂੰ ਸੁੱਚ ਛੱਡ ਤਾਂ ਸਹੀ, ਆਪੇ ਹੀ ਹੋ ਜੂ ਸਾਰਾ ਕੁਛ। ਲਾਈਟ ਦੀ ਸੁੱਚ ਆ, ਲਾਈਟ ਜਗ ਪੂ, ਹਨੇਰਾ ਉੱਡ ਜੂ। ਜੋ ਜਿੱਥੇ ਪਿਆ ਤੈਨੂੰ ਪਤਾ ਲੱਗ ਜੂ। ਇਵੇਂ ਜਿਵੇਂ ਇਹ ਸੁੱਚ ਛੱਡਣ ਵਾਂਗੂ ਆ, ਤੁਸੀਂ ਇਹਨੂੰ ਛੱਡੋ। ਬੇਸ਼ੱਕ 5 ਮਿੰਟਾਂ ਤੋਂ ਸ਼ੁਰੂ ਕਰ ਲਓ, ਨੇਤਰ ਬੰਦ ਕਰੋ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋ। ਤੁਹਾਡਾ ਰਾਹ ਬਣਨਾ ਸ਼ੁਰੂ ਹੋ ਜਾਣਾ। ਆਪਦੇ ਆਪ ਨੂੰ ਮਹਿਸੂਸ ਕਰੋ ਕਿ ਮੇਰਾ ਸਿਰ ਗੁਰੂ ਦੀ ਗੋਦ ਵਿੱਚ ਹੈ। ਤੁਹਾਨੂੰ ਫਿਰ ਇਹ ਚੀਜ਼ਾਂ ਦਾ ਆਪੇ ਅਹਿਸਾਸ ਹੋਣਾ ਕਿ ਆਹ ਦਿਨ ਮੈਥੋਂ ਬੈਠਾ ਕਿਉਂ ਨਹੀਂ ਗਿਆ। ਫਿਰ ਨਿਗਾਹ ਮਾਰੇ ਉਦੋਂ ਪਿਛਲੇ ਦਿਨ ਖਾਧਾ ਕੀ ਸੀ। ਉਹ ਤੋਂ ਪਤਾ ਆਪੇ ਹੀ ਲੱਗ ਜਾਂਦਾ ਕਿ ਆਹ ਚੀਜ਼ਾਂ ਖਾਣ ਨਾਲ ਮੇਰੇ ਅੰਦਰ ਗਰਮੈਸ਼ ਜਾਂ ਘਬਰਾਹਟ ਪੈਦਾ ਹੁੰਦੀ ਹੈ, ਇਹ ਮੈਨੂੰ ਬੈਠਣ ਨਹੀਂ ਦਿੰਦੀਆਂ। ਉਹਨਾਂ ਨੂੰ ਕੱਟ ਕਰਕੇ ਦੇਖ ਲਿਓ, ਛੱਡ ਕੇ ਦੇਖ ਲਿਓ। ਜਿੰਨਾ ਸਾਤਵਿਕ ਖਾਣਾ ਖਾਓਗੇ ਓਨੀ ਬਿਰਤੀ ਉੱਚੀ ਉੱਠਦੀ ਜਾਣੀ ਹੈ, ਓਨਾ ਟਿਕਾਊ ਆਉਂਦਾ ਜਾਣਾ। ਸਾਰਾ ਕੁਛ ਹੀ ਤੁਹਾਡੇ ਸਮਝ ਪੈਂਦਾ ਜਾਣਾ। ਇੱਥੇ ਕੁਛ ਵੀ ਚੰਗਾ ਨਹੀਂ, ਕੁਛ ਵੀ ਮਾੜਾ ਨਹੀਂ। ਜਿਹੜੇ ਖੇਤਰ 'ਚ ਜਿਹੜੀ ਚੀਜ਼ ਕਰਦੀ ਆ ਉਹ ਉਹਦੇ ਲਈ ਜ਼ਰੂਰੀ ਹੁੰਦੀ ਹੈ। ਬਸ ਇਹ ਗੱਲ ਆ। ਜਿਵੇਂ ਵੀ ਹੈਗੇ, ਜਿੱਥੇ ਵੀ ਹੈਗੇ ਹੋ, ਜਿਹੇ ਜਿਹੇ ਵੀ ਹੈਗੇ ਹੋ, ਬਹਿਣਾ ਸ਼ੁਰੂ ਕਰ ਦਿਓ। ਗੁਰੂ ਤੁਹਾਡੇ ਅੰਗ ਸੰਗ ਆ। ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋ। ਜਲ ਜਦੋਂ ਵੀ ਛਕਣਾ ਚੜ੍ਹਦੀ ਕਲਾ ਦੇ ਭਾਵ ਬਣਾ ਕੇ, ਸਰਬੱਤ ਦੇ ਭਲੇ ਦੇ ਭਾਵ ਬਣਾ ਕੇ ਛਕੋ। ਧਰਤੀ ਮਾਂ ਨੂੰ ਜਦੋਂ ਵੀ ਟੱਚ ਕਰਦੇ ਆ, ਪੂਰੇ ਪਿਆਰ ਸਤਿਕਾਰ ਦਾ ਟੱਚ ਕਰੋ।
ਤਾਂ ਕਿ ਤੁਹਾਡੇ ਰੋਗ ਸੋਗ ਖਿੱਚ ਕੇ ਤੁਹਾਨੂੰ ਤੰਦਰੁਸਤੀ ਦੇਵੇ। ਕੁਛ ਨਾ ਕੁਛ ਟਾਈਮ ਨੰਗੇ ਪੈਰ ਜ਼ਰੂਰ ਧਰਤੀ ਨੂੰ ਟੱਚ ਕਰੋ ਤਾਂ ਕਿ ਤੁਹਾਡਾ ਧਰਤੀ ਤੱਤ ਘਟੇ ਨਾ, ਤੁਹਾਡੇ ਨਾਲ ਪੰਜੇ ਤੱਤ ਪੂਰੇ ਰਹਿਣ, ਤੁਹਾਡਾ ਬਾਤ ਕਫ ਪਿੱਤ ਠੀਕ ਰਹੇ, ਤੁਹਾਡਾ ਰਜੋ ਸਤੋ ਤਮੋ ਗੁਣ ਬਰਾਬਰ ਰਹਿਣ, ਫਿਰ ਹੌਲੀ ਹੌਲੀ ਸਤੋ ਗੁਣ ਨੇ ਅੱਪ ਹੋ ਜਾਣਾ। ਇਹ ਬੇਨਤੀਆਂ ਅਸੀਂ ਪ੍ਰਵਾਨ ਕਰਿਓ। ਸਤਿਗੁਰੂ ਰਹਿਮਤ ਕਰਨ। ਜੋ ਮਾਂ ਦੇਸਾ ਦੇ ਨਾਂ 'ਤੇ ਆਪਾਂ ਚੈਨਲ ਬਣਾਇਆ ਮਾਂ ਦੇਸਾ .ਜਸਵੀਰ ਸਿੰਘ, ਇਹਨੂੰ ਸਬਸਕ੍ਰਾਈਬ ਕਰ ਲਓ, ਅੱਗੇ ਵੀ ਭੇਜੋ, ਭੈਣ ਭਰਾਵਾਂ ਨੂੰ ਵੀ ਦੱਸੋ। ਆਪਾਂ ਹੌਲੀ ਹੌਲੀ ਸਾਂਝ ਵਧਾਉਂਦੇ ਜਾਣਾ ਅਤੇ ਜੋ ਜੋ ਹੀਰੇ ਮੋਤੀ ਮਾਂ ਸਾਡੀ ਝੋਲੀ ਪਾ ਰਹੀ ਆ ਉਹ ਅਸੀਂ ਤੁਹਾਡੀ ਪਾ ਰਹੇ ਹਾਂ। ਜੋ ਵੀ ਤੁਹਾਡੀਆਂ ਅਰਦਾਸਾਂ ਬੇਨਤੀਆਂ ਸਤਿਗੁਰਾਂ ਅੱਗੇ ਰੋਜ਼ਾਨਾ ਕਰੀਦੀਆਂ, ਸਤਿਗੁਰੂ ਰਹਿਮਤ ਕਰਨ, ਅੰਗ ਸੰਗ ਹੋ ਕੇ ਸਹਾਇਤਾ ਕਰਨ। 10 ਸਤੰਬਰ 2022 ਨੂੰ ਬਰਸੀ ਆ ਰਹੀ ਹੈ ਮਾਤਾ ਜੀ ਦੀ, ਕੋਸ਼ਿਸ਼ ਕਰਿਓ ਪਹੁੰਚਣ ਦੀ। ਜ਼ਰੂਰ ਆਪਣੇ ਵੱਲੋਂ ਜੋ ਤਿਲ ਫੁੱਲ ਤੁਸੀਂ ਉੱਥੇ ਭੇਟਾਂ ਭੇਜ ਸਕਦੇ ਹੋ, ਜੋ ਸਮਾਗਮਾਂ ਦੇ ਵਿੱਚ ਅਖੰਡ ਪਾਠ ਸਾਹਿਬ ਹੋਣਗੇ ਹਿੱਸਾ ਪਾ ਸਕਦੇ ਹੋ। ਜ਼ਰੂਰ ਆਪਣਾ ਦਸਵੰਧ ਸਫਲਾ ਕਰਿਓ। ਇਹ ਬੇਨਤੀਆਂ ਪ੍ਰਵਾਨ ਕਰਿਓ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।